वाहिगुरु जी का खालसा वाहिगुरु जी की फतेह। पतत पावन भगत वत्सल करना निदान शब्द गुरु श्री गुरु ग्रंथ साहिब जीआं दी पावन हजूरी विच बड़े ही सत्कार सहित संध्या के दीवाना विच आप जी जुड़ बैठे हो। शुभ कर्मां द्वारा संगत दीआं घड़ियां विच जुड़न दा सुभाग प्राप्त होया। आओ समय ते सवासां नूं सफला बनाइए। सतगुर जीआं दी पावन अमृतमय जीवन कथा दे विचों आप जी ने सरवण कीता सी। राय बुलार जीआं दे बनाए हुए सरोवर विच अज पहर रात रहिंदी गुरु नानक साहब जीआं ने चुप्पी लाई। राजे दी भावना नूं पूरियां करते हुए अपने साथी भाई बाला ते मरदाना जी नूं नाल लैके राय भोए दी तलवंडी तो वदैगी लई है। हुण सतगुरां दी महिमा भाई बाला जी अपनी रसना द्वारा कर रहे हैं। जिन्हां साहिबां दी इह संगत दी शोभत मिली आखदे मैं सुपने विच भी कदे शुकराना बयान नहीं कर सकता। दीन दुनिया दे मालिक जगत दा उद्धार करन वास्ते भव सागर नूं तारन वास्ते माता पिता नूं ज्ञान ते संतोख बख्श के अज इथों चले ने। आओ अगला जो भी सफर है सतगुरां दे प्रेम दे विच भेज करके सफला बनाइए ते आनंदमय समा बनाइए। पाओ प्रेम दी सांझ गज बज के आखो जी सतनाम श्री वाहिगुरु साहिब जी। सतनाम श्री वाहिगुरु साहिब जी। दोहरा श्री गुर चरणन ध्यान तर प्रेम नीर तह पाई। महाकवि भाई संतोख सिंह जी प्रसंग की आरंभता करते हुए गुरु नानक साहब जीआं दा शुक्र करते ने अरदास करके सतगुरां दे चरण एक तरकईए रुख वर्गे ने जिस चरना दे नाल प्रेम का संबंध है। हर रुख पानी तो बिना जिउंदा नहीं। प्रेम पानी की न्याई है। चरण सतगुरां दे रुख दे वर्गे पानी बिना रुख नहीं ते रुख बिना पानी नहीं। ये दोने गल्लां बिल्कुल पैरल ने। कहते मैं अपने मन का प्रेम गुरु चरणा दे नाल जोड़ करके इस रुख दे नाल जोड़ के जीवन नूं सफला बनाउणा है। कविता कुसुम पर फुलही सुफल अर्थ समुदाय। ये जो इतिहास दी कविता है कहते ये उस रुख दे फुल ने जिन्हां विच प्रेम दा पानी है। तरह तरह के छंद आउणगे सतगुरां दी महिमा आएगी। किते दुख सुख गम वादे घाटे दीन दुनिया दे इन्हां प्रसंगां दे विच आउंदे रहणगे जोजां ते कौतुकां दे रूप दे विच। पर कहंदे आ प्यारे सिखो रुख ना गिणिओ उन्हां रुखां ते लगे फल चख ले।
ਬੂਟਿਆਂ ਨੂੰ ਪੌਦਿਆਂ ਨੂੰ ਨਾ ਗਿਣਿਆ, ਪੌਦਿਆਂ ਤੇ ਲੱਗੇ ਫੁੱਲਾਂ ਦੀ ਖੁਸ਼ਬੂ ਦਾ ਆਨੰਦ ਮਾਣਿਓ, ਗਿਣਤੀਆਂ ਤੋਂ ਵੀ ਕਹਿਣਾ। ਸਤਿਗੁਰਾਂ ਦੀ ਇਸ ਪਾਵਨ ਕਥਾ ਨੂੰ ਸੁਣਨ ਵਾਲੇ ਗੁਰੂ ਨਾਨਕ ਸਾਹਿਬ ਦੀ ਸੁਗੰਧੀ, ਉਹਨਾਂ ਦੇ ਗੁਣਾਂ ਦੀ ਸੁਗੰਧੀ ਜੀਵਨ ਵਿੱਚ ਧਾਰਨ ਕਰਨਗੇ ਤੇ ਸੁਖਮਈ ਤੇ ਸੁਖਦਾਈ ਹੋਣਗੇ। ਕਵੀ ਜੀ ਕਹਿੰਦੇ ਐਸੀ ਕਥਾ ਦੀ ਰਚਨਾ ਕਰਨ ਲੱਗਾ ਹਾਂ ਜੋ ਕਥਾ ਅੱਖਰਾਂ ਵਿੱਚ ਲਿਖੀ ਨਹੀਂ ਜਾ ਸਕਦੀ, ਬਸ ਇੱਕ ਮਨੁੱਖਾ ਜੀਵਨ ਨੂੰ ਸਮਝਾਉਣ ਲਈ ਲਿਖਣੀ ਪੈ ਰਹੀ ਹੈ। ਅਜੇ ਤੱਕ ਦੁਨੀਆ ਤੇ ਕੋਈ ਜੰਮਿਆ ਨਹੀਂ ਤੇ ਨਾ ਹੀ ਜੰਮਣਾ ਹੈ ਜੋ ਰੱਬ ਦੀ ਸਿਫਤ ਲਿਖ ਸਕੇ। ਉਹ ਬੜਾ ਡਾਢਾ ਤੇ ਬੇਅੰਤ ਹੈ। ਸ੍ਰੀ ਬਾਲਾ ਸੁੰਦਰ ਵਾਚ ਭੁਜੰਗ ਪਰਜਤ ਛੰਦ ਚਲੇ ਪੰਥ ਨਾਥਿੰ ਭਏ ਦੋਨ ਸਾਥਾ। ਭਾਈ ਬਾਲਾ ਜੀ ਸਤਿਗੁਰਾਂ ਦੀ ਪਾਵਨ ਕਥਾ ਦਾ ਆਗਾਜ਼ ਕਰਦੇ ਨੇ। ਗੁਰੂ ਅੰਗਦ ਦੇਵ ਜੀ ਮਹਾਰਾਜ ਖਡੂਰ ਸਾਹਿਬ ਦੀ ਪਵਿੱਤਰ ਪਾਵਨ ਧਰਤੀ ਤੇ ਚੌਂਕੜਾ ਲਾ ਕੇ ਦਰਬਾਰ ਵਿੱਚ ਬੈਠੇ ਨੇ। ਬਾਬਾ ਬੁੱਢਾ ਜੀ, ਭਾਈ ਧਿੰਗਾ ਨਾਈ, ਭਾਈ ਜੀਵਾ ਜੀ, ਬੇਅੰਤ ਗੁਰੂ ਕੇ ਸਿੱਖ ਇਸ ਕਥਾ ਨੂੰ ਸੁਣ ਕੇ ਰਸ ਮਾਣਦੇ ਆ, ਆਨੰਦ ਮਾਣਦੇ ਆ। ਅੱਜ ਫੇਰ ਦਰਬਾਰ ਸਜਿਆ। ਗੁਰੂ ਅੰਗਦ ਦੇਵ ਮਹਾਰਾਜ ਜੀ ਉਸੇ ਤਰ੍ਹਾਂ ਦਰਬਾਰ ਵਿੱਚ ਸੰਗਤਾਂ ਵਿੱਚ ਭੁੱਜੇ ਬੈਠੇ ਆ। ਭਾਈ ਬਾਲਾ ਜੀ ਨੂੰ ਇੱਕ ਗੱਦੀ ਲਾ ਕੇ ਉੱਚੀ ਥਾਂ ਤੇ ਬਿਠਾਇਆ ਜਾਂਦਾ ਹੈ, ਕਿਉਂਕਿ ਗੁਰੂ ਦੀ ਮਹਿਮਾ ਗਾਉਂਦੇ ਤੇ ਵੱਡੀ ਗੱਲ ਗੁਰੂ ਨਾਨਕ ਸਾਹਿਬ ਜੀਆਂ ਦੇ ਪਿਆਰੇ ਸਾਥੀ ਨੇ। ਜਦੋਂ ਦਰਬਾਰ ਦੀ ਆਰੰਭਤਾ ਹੋਈ ਹੈ, ਸੰਗਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਬੈਠੀਆਂ ਨੇ। ਗੁਰੂ ਅੰਗਦ ਦੇਵ ਮਹਾਰਾਜ ਨੇ ਬੇਨਤੀ ਕੀਤੀ, ਮਹਾਂਪੁਰਖੋ ਫਰਮਾਓ, ਅਰਜ਼ ਹੈ। ਜਦੋਂ ਫਿਰ ਭਾਈ ਬਾਲਾ ਜੀ ਨੇ ਆਪਣੀ ਰਸਨਾ ਤੋਂ ਪਿਆਰ ਦੇ ਵਚਨ ਆਖੇ, ਕਹਿੰਦੇ ਐ ਸਾਹਿਬ ਜੀ, ਰਾਏ ਭੋਏ ਦੀ ਤਲਵੰਡੀ ਦੇ ਰਾਹ ਤੋਂ ਅਸੀਂ ਚੱਲੇ ਆ, ਉਸੇ ਰਾਹ ਚੱਲੇ ਜਿਸ ਰਾਹ ਤੋਂ ਕਦੇ ਸਤਿਗੁਰ ਜੀ ਵਾਪਸ ਨਗਰ ਆਏ ਸੀ। ਗੁਰੂ ਸਾਹਿਬ ਸਾਡੇ ਤੋਂ ਅੱਗੇ ਅੱਗੇ ਚੱਲਦੇ ਨੇ। ਮੈਂ ਤੇ ਭਾਈ ਮਰਦਾਨਾ ਜੀ ਸਤਿਗੁਰਾਂ ਤੋਂ ਹਮੇਸ਼ਾ ਪਿੱਛੇ ਹੋ ਕੇ ਰਹਿੰਦੇ ਆ। ਇਹ ਅਦਬ ਹੈ, ਸਤਿਕਾਰ ਹੈ, ਵੱਡਿਆਂ ਲਈ ਪ੍ਰੇਮ ਹੈ। ਬੜੀ ਵਾਰ ਸਤਿਗੁਰ ਕਹਿੰਦੇ ਨੇ, ਬਾਲਿਆ ਨਾਲ ਚੱਲਿਆ ਕਰ, ਮਰਦਾਨਿਆਂ ਨਾਲ ਤੁਰਿਆ ਕਰ। ਬੇਸ਼ੱਕ ਸਤਿਗੁਰ ਸਾਡੇ ਮਿੱਤਰ ਨੇ, ਅਸੀਂ ਕਦੇ ਗੁਰੂ ਸਾਹਿਬ ਨੂੰ ਆਪਣਾ ਮਿੱਤਰ ਜਾਣਿਆ ਹੀ ਨਹੀਂ। ਅਸੀਂ ਤੇ ਜਾਣਦੇ ਹਾਂ ਸਾਡੇ ਸਤਿਗੁਰੂ ਰੱਬ ਨੇ, ਪਰਮਾਤਮਾ ਨੇ, ਪਰਮੇਸ਼ਵਰ ਨੇ। ਤੇ ਰੱਬ ਜਿਨ੍ਹਾਂ ਦਾ ਮਿੱਤਰ ਹੋ ਜੀ, ਉਹ ਰੱਬ ਨਾਲ ਮਖੌਲ ਥੋੜੀ ਕਰਦੇ, ਪ੍ਰੇਮ ਕਰਦੇ। ਜਦੋਂ ਗੁਰੂ ਸਾਹਿਬ ਸੁਭਾਵਕ ਸਾਡੇ ਤੋਂ ਅੱਗੇ ਅੱਗੇ ਚੱਲਦੇ ਨੇ, ਅਸੀਂ ਨਾਲ ਨਾਲ ਚੱਲਦੇ ਆ। ਸਾਰਾ ਦਿਨ ਪੈਦਲ ਚੱਲ ਕੇ ਸਫ਼ਰ ਨੂੰ ਤੈਅ ਕੀਤਾ ਜਾਂਦਾ ਏ। ਦਿਆ ਸਿੰਦਰੂਰੀ ਭਨੈ ਗਿਆਨ ਗਾਥਾ। ਇਸ ਰਸਤੇ ਦੇ ਵਿੱਚ ਅਸੀਂ ਕਦੇ ਵੀ ਚੁੱਪ ਨਹੀਂ ਹੋਏ। ਕਹਿੰਦੇ ਦਇਆ ਸਿੰਧ, ਗਿਆਨ ਦੇ ਸਾਗਰ ਗੁਰੂ ਨਾਨਕ ਸਾਹਿਬ ਮਹਾਰਾਜ ਗਿਆਨ ਦੀਆਂ ਗੋਸ਼ਟਾਂ ਸੁਣਾਉਂਦੇ ਹਰ ਵੇਲੇ ਸਨ, ਕਿਉਂਕਿ ਖੁਰਾਕ ਸੁਣਨ ਵਾਲਿਆਂ ਦੀ ਹੈ। ਤੇ ਅੱਜ ਸਾਡੀ ਸਰੋਤ ਮਾੜੀ ਹੈ ਜੀ, ਸਾਨੂੰ ਗੀਤ ਸੰਗੀਤ ਚੰਗੇ ਲੱਗਦੇ, ਅਸੀਂ ਬਾਣੀ ਨਹੀਂ ਸੁਣ ਸਕਦੇ। ਗਲਤ ਮੈਗਜ਼ੀਨ ਪੜ੍ਹ ਸਕਦੇ ਆ, ਲਿਟਰੇਚਰ ਪੜ੍ਹ ਸਕਦੇ ਆ, ਨਾਵਲ, ਕਿਸੇ ਕਹਾਣੀਆਂ ਲੋਕਾਂ ਨੂੰ ਪਸੰਦ ਨੇ, ਪਰ ਇਤਿਹਾਸ ਨਹੀਂ ਪੜ੍ਹਿਆ ਜਾ ਸਕਦਾ, ਚੰਗਾ ਹੀ ਨਹੀਂ ਲੱਗਦਾ। ਕਿਉਂਕਿ ਜੈਸੀ ਸਰੋਤ ਹੈ, ਜੈਸੀ ਸੁਰਤ ਹੈ, ਉਹ ਹੀ ਚੀਜ਼ਾਂ ਪਸੰਦ ਹੁੰਦੀਆਂ। ਭਾਈ ਬਾਲਾ ਮਰਦਾਨਾ ਜੀ ਦੀ ਸਰੋਤ ਸਤਿਗੁਰਾਂ ਦੇ ਪ੍ਰੇਮ ਵਾਲੀ ਹੈ ਤੇ ਗਿਆਨ ਹਾਸਲ ਕਰਨ ਵਾਲੀ ਹੈ। ਕਹਿੰਦੇ ਦੀਨ ਦੁਨੀਆ ਦੇ ਮਾਲਕ ਸਾਨੂੰ ਗਿਆਨ ਦੀਆਂ ਸਾਖੀਆਂ ਸੁਣਾਉਂਦੇ ਆ। ਸਤਿਯੁਗ ਤੋਂ ਲੈ ਕੇ ਹੁਣ ਤੱਕ ਕੀ ਹੋਇਆ, ਸੰਸਾਰ ਬਣਨ ਤੋਂ ਪਹਿਲਾਂ ਕੀ ਹੁੰਦਾ ਸੀ। ਜਦੋਂ ਦਿਨ ਨਹੀਂ ਸੀ, ਰਾਤ ਨਹੀਂ ਸੀ, ਧੁੱਪ ਨਹੀਂ ਸੀ, ਛਾਂ ਨਹੀਂ ਸੀ, ਧਰਤੀ ਨਹੀਂ ਸੀ, ਆਕਾਸ਼ ਨਹੀਂ ਸੀ, ਉਹਨਾਂ ਵੇਲਿਆਂ ਦੇ ਜ਼ਿਕਰ ਵੀ ਸਤਿਗੁਰ ਸੁਣਾ ਦਿੰਦੇ ਆ। ਕਿਉਂਕਿ ਗੁਰੂ ਆਪ ਪਰਮੇਸ਼ਰ ਨੇ, ਆਦਿ ਕਾਲ ਤੋਂ ਨੇ, ਪਰਮੇਸ਼ਵਰ ਦਾ ਰੂਪ ਨੇ, ਸਰੂਪ ਨੇ, ਆਪ ਰੱਬੀ ਜੋਤ ਨੇ, ਜਿਨ੍ਹਾਂ ਨੇ ਸਭ ਕੁਝ ਸਿਰਜਿਆ, ਜਿਨ੍ਹਾਂ ਨੂੰ ਬਾਣੀ ਨੇ ਇੱਕ ਓੰਕਾਰ ਲਿਖਿਆ। ਐਸੇ ਸਾਹਿਬ ਜਦੋਂ ਵੀ ਕੋਈ ਪਿਆਰ ਦੀ ਕਹਿੰਦੇ ਗੱਲ ਸੁਣਾਉਂਦੇ, ਅਸੀਂ ਸਤਿਗੁਰਾਂ ਦੇ ਕਰੀਬ ਹੋ ਕੇ ਸਿਰਫ ਹਾਮੀ ਭਰਦੇ, ਸੁਣ ਕੇ ਹਟਕੋਰਾ, ਤੇ ਸੁਣ ਕੇ ਸਾਨੂੰ ਬੜਾ ਆਨੰਦ ਆਉਂਦਾ, ਬੜਾ ਰਸ ਆਉਂਦਾ ਹੈ। ਕਹਿੰਦੇ ਸਫ਼ਰ ਦਾ ਪਤਾ ਹੀ ਨਹੀਂ ਲੱਗਦਾ, ਥਕਾਵਟ ਹੁੰਦੀ ਹੀ ਨਹੀਂ। ਆ ਥਕਾਵਟਾਂ ਸਾਡੇ ਮਨ ਦੀਆਂ।
जिस बंदे का मन चढ़ती कला विच होवे वो किसी यात्रा ते भावे हेमकुंड साहब गया होवे सौखा समझण लई कुछों थक गया कहंदा नहीं मैं ते सेवा करनी मैं नहीं थक। एक साडे वर्गा रोंदा पिटदा गया हाय ओए किन्नी क दूर है मैं थक गया लत्तां दुखदियां पैर दुखदे आ ਉਹਨੂੰ ਜਾ ਕੇ ਪੁੱਛੋ ਕਹਿੰਦਾ ਯਾਰ ਹੁਣ ਤੇ ਬਸ ਹੈਲੀਕਾਪਟਰ ਕਰਾ ਦੋ ਵਾਪਸ ਨਹੀਂ ਹੋਇਆ ਜਾਂਦਾ। ਮਨ ਟਿਕਿਆ ਸਭ ਕੁਝ ਟੈਟੇ ਮਨ ਚੜ੍ਹਦੀ ਕਲਾ ਦੇ ਵਿੱਚ ਹੈ ਥਕਾਵਟ ਨਾਮ ਦੀ ਚੀਜ਼ ਜ਼ਿੰਦਗੀ ਵਿੱਚ ਕੋਈ ਨਹੀਂ। ਅੱਜ ਅਸੀਂ ਪਾਠ ਕਰਦੇ ਥੱਕ ਜਾਂਦੇ ਆ ਸੇਵਾ ਕਰਦੇ ਥੱਕਦੇ ਆ ਨਾਮ ਜਪਦੇ ਥੱਕਦੇ ਆ ਕਹਿੰਦੇ ਹੁਣ ਅੱਖਾਂ ਦੁਖਣ ਲੱਗ ਗਈਆਂ ਰੈਸਟ ਦੇ ਲਈ ਥੋੜੀ ਦੇਰ ਆਰਾਮ ਕਰ ਲਈ ਬੜਾ ਪਾਠ ਕਰ ਲਿਆ। ਸਾਡੇ ਲਈ ਤੇ ਪਾਠ ਵੀ ਟੈਨਸ਼ਨ ਬੜੀ ਹੋਈ ਹੈ ਸਾਡੇ ਲਈ ਤੇ ਬੰਦਗੀ ਵੀ ਡਿਪਰੈਸ਼ਨ ਬਣ ਗਿਆ। ਪਰ ਜਿੰਨਾ ਅੰਦਰ ਪ੍ਰੇਮ ਹੈ ਉਹ ਜਿੰਨਾ ਗਾਉਂਦੇ ਆ ਜਿੰਨਾ ਪੜ੍ਹਦੇ ਆ ਜਿੰਨਾ ਸੁਣਦੇ ਆ ਉਹਨੇ ਚੁਸਤ ਫੁਰਤ ਹੁੰਦੇ ਆ। ਭਾਈ ਬਾਲਾ ਜੀ ਕਹਿੰਦੇ ਸਤਿਗੁਰ ਜੀ ਸਾਨੂੰ ਬੜੇ ਪਿਆਰ 'ਚ ਭਿੱਜ ਕੇ ਸੁਣਾਉਂਦੇ ਤੇ ਅਸੀਂ ਵਾਰੀ-ਵਾਰੀ ਜੋ ਨਹੀਂ ਸਮਝ ਆਉਂਦਾ ਕਈ ਵਾਰ ਪੁੱਛ ਲਈਏ। ਗਿਆਨ ਦੀਆਂ ਗੋਸ਼ਟਾਂ ਗਿਆਨ ਦੀਆਂ ਵਾਰਤਾਂ ਗੁਰੂ ਸਾਹਿਬ ਦੀ ਰਸਨਾ ਤੋਂ ਸੁਣਨ ਦਾ ਸੁਭਾਗ ਮਿਲਦਾ ਏ। ਗਏ ਧਾਮ ਲਾਲੋ ਗੋਬਿੰਦਿੰਗ ਮਕੰਦਾ। ਮੁਕਤੀ ਦੇ ਦਾਤੇ ਸਤਿਗੁਰ ਸੱਚੇ ਪਾਤਸ਼ਾਹ ਚੱਲਦੇ ਚੱਲਦੇ ਕਈ ਦਿਨਾਂ ਦਾ ਸਫ਼ਰ ਤੈਅ ਕਰਦੇ ਹੋਏ ਕਿੱਥੇ ਪਹੁੰਚੇ ਆ ਜੀ ਏਮਨਾਬਾਦ ਅੱਜ ਕੱਲ੍ਹ ਪਾਕਿਸਤਾਨ। ਏਮਨਾਬਾਦ ਪਹੁੰਚੇ ਆ ਕਹਿੰਦੇ ਸੁਭਾਵਕ ਭਾਈ ਲਾਲੋ ਜੀ ਦੇ ਮਨ ਵਿੱਚ ਖਿਆਲ ਆਇਆ ਅੰਦਰ ਬੈਠੇ ਆ ਅੱਜ ਘਰ ਹੀ ਬੈਠੇ ਸੀ ਲੱਗਦਾ ਮੇਰਾ ਸੱਜਣੇ ਆਏ ਨੇ ਦਿਲਾਂ ਨੂੰ ਦਿਲਾਂ ਦੇ ਨਾਲ। ਅੱਜ ਵੀ ਸਿੱਖ ਗੁਰੂ ਦੇ ਦਿਲ ਦੀ ਜਾਣਦਾ ਪਰ ਸਿੱਖ ਹੋਵੇ ਸਾਡੇ ਵਰਗਾ ਨਾ ਹੋਵੇ ਤੇ ਗੁਰੂ ਸਿੱਖ ਦੇ ਦਿਲ ਦੀ ਜਾਣਦਾ ਹੈ। ਬੰਦਗੀ ਵਾਲੇ ਸਿੱਖ ਪਹਿਲਾਂ ਵੀ ਸੀ ਅੱਜ ਵੀ ਨੇ ਪਰ ਗਿਣਤੀ ਦੇ ਆ ਥੋੜੇ ਆ ਤੇ ਜੇ ਤੁਸੀਂ ਲੱਭੋਗੇ ਤੁਹਾਨੂੰ ਲੱਭਣਾ ਤਾਂ ਮਿਲੇਗਾ ਜੇ ਤੁਹਾਡੀ ਆਪਣੀ ਬੰਦਗੀ। ਇਸ਼ਤਿਹਾਰੀ ਬ੍ਰਹਮ ਗਿਆਨੀ ਤੇ ਕੰਧਾਂ ਤੇ ਬੜੇ ਲਟਕਦੇ ਆ ਪਰ ਬ੍ਰਹਮ ਗਿਆਨੀ ਹੈ ਕੌਣ ਹੈ? ਗੁਰੂ ਸਾਹਿਬ ਕਹਿੰਦੇ ਲੱਭਣ ਵਾਸਤੇ ਤੈਨੂੰ ਬ੍ਰਹਮ ਗਿਆਨੀ ਹੋਣਾ ਪੈਣਾ। ਸੋ ਬਸ ਲਿਖਦੇ ਆ ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਜਾਣਦਾ ਉਹੀ ਜਾਣਦਾ ਜੋ ਖੁਦ ਬ੍ਰਹਮ ਗਿਆਨੀ। ਭਗਤ ਦੀ ਰਮਦ ਕੇਵਲ ਭਗਤ ਜਾਣ ਸਕਦਾ ਹੈ ਸਿੱਖ ਦੀ ਰਮਦ ਕੇਵਲ ਸਿੱਖ ਜਾਣ ਸਕਦਾ ਹੈ। ਇਹਦਾ ਮਤਲਬ ਆ ਜੀ ਅਸੀਂ ਪ੍ਰੋਪਰ ਸਿੱਖ ਨਹੀਂ ਬਣੇ ਭੇਖੀ ਸਿੱਖ ਤੇ ਹਾਂ ਅੱਜ ਵੀ ਹਾਂ ਅਸੀਂ। ਜਿੱਦਣ ਅੰਦਰ ਸਿੱਖੀ ਆ ਗਈ ਨਾ ਸਾਨੂੰ ਇਹ ਦਿਸਣਾ ਹੈ ਸਿੱਖ ਦੀ ਬੰਦਗੀ ਕਿੰਨੀ ਇਹਦਾ ਨਾਮ ਕਿੰਨਾ ਹੁਣ ਕੀ ਦਿਸਦਾ ਹੈ ਇਹਦੀਆਂ ਕੋਠੀਆਂ ਕਿੰਨੀਆਂ ਨੇ ਪ੍ਰਾਪਰਟੀ ਕਿੰਨੀ ਹੈ ਜ਼ਮੀਨ ਕਿੰਨੀ ਹੈ ਕੀ ਕਰਦਾ ਹੈ ਕਿਹਦੇ ਕੋਲ ਜਾਂਦਾ ਅਦੀ ਸੁਣ ਤੇ ਖੜੀ ਹੈ। ਹੁਣ ਭਾਈ ਬਾਲਾ ਜੀ ਕਹਿੰਦੇ ਜਦੋਂ ਸਤਿਗੁਰ ਸਾਨੂੰ ਵਚਨ ਸੁਣਾਉਂਦੇ ਸੀ ਚਲਦਿਆਂ ਸਾਨੂੰ 2-3-4 ਦਿਨਾਂ ਚ ਪਤਾ ਹੀ ਨਾ ਲੱਗਾ ਸੀ ਏਮਨਾਬਾਦ ਆ ਗਏ। ਸੁਭਾਵਕ ਜਦੋਂ ਭਾਈ ਲਾਲੋ ਜੀ ਦੇ ਘਰ ਦੇ ਅੱਗੇ ਆਏ ਕੱਚੀ ਛੰਨ ਜਿਹੜੀ ਬਣੀ ਹੋਈ ਕਹਿੰਦੇ ਉਹ ਪਿਆਰਾ ਨਿਕਲ ਕੇ ਦਰਵਾਜ਼ੇ 'ਚ ਆ ਗਿਆ ਦਹਲੀਜ਼ 'ਚ ਆ ਗਿਆ ਉਹਦੇ ਅੰਦਰੋਂ ਹੀ ਖਿਆਲ ਆ ਗਿਆ ਵੀ ਗੁਰੂ ਸਾਹਿਬ ਆ ਗਏ। ਦਿਲਾਂ ਨੂੰ ਦਿਲਾਂ ਦੇ ਰਾਹ ਨੇ ਪ੍ਰੇਮ ਦੀਆਂ ਖੇਡਾਂ ਨੇ ਸਿੱਖ ਵੀ ਜਾਣ ਲੈਂਦਾ ਮੇਰੇ ਸਤਿਗੁਰ ਆ ਗਏ। ਗੁਰੂ ਸਾਹਿਬਾਂ ਦੇ ਇਤਿਹਾਸ ਵਿੱਚ ਬੜੇ ਚੋ ਜਾਓ ਏਦਾਂ ਵੀ ਜਦੋਂ ਸਤਿਗੁਰਾਂ ਦੇ ਆਉਣ ਦਾ ਸਿੱਖ ਨੂੰ ਪਤਾ ਲੱਗਾ ਦਿਲੋਂ ਦਿਲ ਹੀ ਭੱਜਿਆ ਆਇਆ ਗੁਰੂ ਸਾਹਿਬ ਆਇਆ। ਜਗਤ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਆਪਣੀ ਦਹਲੀਜ਼ ਦਰਵਾਜ਼ੇ ਤੇ ਖੜੇ ਵੇਖਿਆ ਅੱਖਾਂ ਭਰ ਆਈਆਂ ਛਲਕ ਪਈਆਂ ਅੱਖਾਂ ਬੜੇ ਲੰਬੇ ਸਮੇਂ ਬਾਅਦ ਆਏ ਆ। ਪਹਿਲਾਂ ਵੀ ਸਤਿਗੁਰ ਜੀ 25 ਦਿਨ ਰਹਿ ਕੇ ਗਏ ਨੇ ਭਾਈ ਲਾਲੋ ਜੀ ਦੇ ਘਰ ਅੱਜ ਦੂਜੀ ਫੇਰੀ ਹੈ ਏਮਨਾਬਾਦ ਦੀ। ਭਾਈ ਲਾਲੋ ਡੰਡੇ ਵਾਂਗ ਸਤਿਗੁਰਾਂ ਦੇ ਚਰਨਾਂ ਤੇ ਲੰਮਾ ਪੈ ਗਿਆ ਦਹਲੀਜ਼ ਵਿੱਚ ਕਹਿੰਦਾ ਰੱਬਾ ਮੇਰੇ ਸ਼ੁਕਰ ਬੜਾ ਲੰਮਾ ਸਮਾਂ ਹੋ ਗਿਆ ਇਹ ਦਿਨ ਵੀ ਜੁਗਾਂ ਦੇ ਵਾਂਗ ਬਤੀਤ ਹੁੰਦੇ ਸੀ। ਸ਼ੁਕਰ ਆ ਅੱਜ ਦੀਦਾਰ ਹੋਏ ਸਨ ਜੀ ਆਇਆ ਆਖਿਆ ਚਾਹ ਇਹਨਾਂ ਚੜਿਆ ਸਮਝ ਹੀ ਨਹੀਂ ਆਉਂਦੀ ਮਰਦ ਨੂੰ ਬਿਠਾਵਾਂ ਕਿੱਥੇ ਪ੍ਰੇਮ ਦੀਆਂ ਬੇਟਾ ਫਟਾਫਟ ਬਿਸਤਰਾ ਵਿਛਾਇਆ ਸਤਿਗੁਰਾਂ ਵਾਸਤੇ ਪਲਗੇ ਲਾਏ। ਪਰ ਗੁਰੂ ਸਾਹਿਬ ਇੰਨੇ ਆਨੰਦਤ ਨੇ ਇੰਨੇ ਪ੍ਰਸੰਨ ਨੇ ਜਿਵੇਂ ਵਿਛੜਿਆਂ ਤੋਂ ਬਾਅਦ ਪਤਾ ਨਹੀਂ ਕਿੱਡੇ ਵੱਡੇ ਮਹਿਲ ਵਿੱਚ ਆਏ ਹੋ। ਇੰਨੀਆਂ ਖੁਸ਼ੀਆਂ ਤੇ ਮਹਿਲਾਂ 'ਚ ਨਹੀਂ ਜਾ ਕੇ ਆਉਂਦੀਆਂ ਜਿੰਨੀਆਂ ਭਾਈ ਲਾਲੋ ਦੇ ਘਰ 'ਚ ਆਈਆਂ ਉਹਦੇ ਚੁਬਾਰੇ 'ਚ ਆਈਆਂ ਉਹਦੇ ਕੱਚੇ ਮਕਾਨ 'ਚ ਆਈਆਂ ਉਹਦੀ ਛਪਰੀ 'ਚ ਆਈਆਂ। ਗੁਰੂ ਸਾਹਿਬ ਆਏ ਪ੍ਰਵੇਸ਼ ਹੋਏ ਪਲਗੇ ਤੇ ਬੈਠੇ ਆ ਭਾਈ ਲਾਲੋ ਜੀ ਨੇ ਫੇਰ ਚਰਨਾਂ ਤੇ ਨਮਸਕਾਰ ਕੀਤੀ ਹੈ। ਕਰੀ ਬੰਦਨਾ ਹੀਰ ਬਾੜਿਓ ਆਨੰਦ ਆਨੰਦ ਇੰਨਾ ਸੀ ਰਸ ਇੰਨਾ ਸੀ ਸਮਝ ਨਹੀਂ ਆਉਂਦਾ ਦੁੱਧ ਛਕਾਵਾਂ ਜਾਂ ਪਾਣੀ ਭਲਾ। ਇਸ ਗੁਰੂ ਸਾਹਿਬ ਵੀ ਆਖਣ ਲੱਗੇ ਭਾਈ ਲਾਲੋ ਸਾਨੂੰ ਕੋਈ ਥਕਾਵਟ ਨਹੀਂ ਅਸੀਂ ਥੱਕ ਕੇ ਨਹੀਂ ਆਏ ਜਦ ਕਿ ਸਫ਼ਰ ਪੈਦਲ ਤੈਅ ਕੀਤਾ। ਕਿਤੇ ਪ੍ਰੇਮ ਦੀ ਗੱਲ ਜਿੱਥੇ ਪ੍ਰੇਮ ਹੋਏਗਾ
ਕਰੋੜਾਂ ਮਾਈਲ ਵੀ ਬੰਦਾ ਭੱਜਿਆ ਜਾਊ, ਕਦੇ ਥੱਕਦਾ ਨਹੀਂ। ਜਿੱਥੇ ਪਿਆਰ ਹੋਊ ਸਾਨੂੰ ਗੁਰਦੁਆਰੇ ਦਾ ਰਾਹ ਥਕਾ ਦਿੰਦਾ। ਕੀ ਥੱਕ ਜਾਂਦੇ ਹਾਂ ਅਸੀਂ ਵੀ ਅੱਜ ਨਹੀਂ ਮੈਂ ਜਾਣਾ, ਮੈਂ ਥੱਕ ਗਿਆ। ਪਰ ਜਿਨ੍ਹਾਂ ਨੂੰ ਪ੍ਰੇਮ ਹੋਊਗਾ ਨਾ, ਅੱਜ ਵੀ ਤੁਹਾਡੇ 'ਚ ਬੜੇ ਗੁਰਸਿੱਖ ਨੇ ਵਿਆਹਾਂ ਤੇ ਜਾਣ, ਭੋਗਾਂ ਤੇ ਜਾਣ, ਦੂਰ ਜਾਣ, ਵੀ ਉਹਨਾਂ ਅੰਦਰ ਪ੍ਰੇਮ ਇੰਨਾ ਉਹ ਕਹਿੰਦੇ ਜੋ ਮਰਜ਼ੀ ਹੋ ਜੇ, ਅੱਜ ਦੀ ਕਥਾ ਮਿਸ ਨਾ ਹੋ ਜੇ, ਮੈਂ ਜਾਣਾ ਹੀ ਜਾਣਾ ਹੈ। ਮੇਰੇ ਗੁਰੂ ਨਾਨਕ ਗੁਰੂ ਬਾਬੇ ਦੀ ਕਥਾ ਚੱਲਦੀ ਕਿਤੇ ਲੰਘ ਹੀ ਨਾ ਜਾਵੇ। ਇੱਕ ਮੇਰੇ ਵਰਗੇ ਭਾਈ ਸਾਹਿਬ ਕਥੇ ਭੇਜ ਦਿਓ ਯਾਰ, ਤੂੰ ਕਿੱਥੇ ਹੈ? ਕਹਿੰਦੇ ਬਸ ਮੈਂ ਕਿਸੇ ਕੰਮ ਲਈ ਗਿਆ ਸੀ, ਸੋਚਿਆ 4 ਪੈਸੇ ਆ ਜਾਣਗੇ, ਪਰ ਕਥਾ ਤੇ ਜੇਬ 'ਚ ਆਏ ਜਾਣਗੇ। ਉਜੀਤਾਂ ਦੇ ਵੀ ਹੁੰਦੇ ਆ, ਸੁਣਨੀ ਜ਼ਰੂਰ ਹੈ ਪਰ ਕੋਈ ਗੱਲ ਨਹੀਂ, ਘਰੇ ਸੁਣ ਲਾਂਗੇ। ਇੱਕ ਉਹ ਨੇ ਕਹਿੰਦੇ ਸੰਗਤ ਵਿੱਚ ਬੈਠ ਕੇ ਸੁਣਨਾ ਹੈ, ਸਤਿਗੁਰਾਂ ਦੇ ਸਨਮੁਖ ਸੁਣਨਾ ਹੈ, ਜਿਹਦਾ ਫਲ ਤੇ ਆਨੰਦ ਵੀ ਜ਼ਿਆਦਾ ਹੈ, ਕਿਉਂਕਿ ਹਾਜ਼ਰੀ ਪੈ ਰਹੀ। ਕਲਾਸਾਂ ਤੇ ਹੁਣ ਵੀ ਬੱਚਿਆਂ ਦੀਆਂ ਆਨਲਾਈਨ ਲੱਗਦੀਆਂ ਨੇ, ਫਿਰ ਜੇ ਐਗਜ਼ਾਮ ਕਰਾ ਕੇ ਵੇਖੋ ਤੇ ਹਾਲ ਕੀ ਹੋਊਗਾ। ਵਿਗੜ ਗਏ ਨਾ ਬੱਚੇ ਘਰਾਂ 'ਚ ਰਹਿ ਕੇ, ਖਾਣਾ ਪੀਣਾ ਨਹੀਂ ਸੁਧਰਿਆ, ਹੋਰ ਬੜਾ ਕੁਝ ਹੋ ਗਿਆ। ਪੜ੍ਹਦੇ ਉਹ ਅਜੇ ਵੀ ਰਹੇ ਆ, ਪਰ ਜਦ ਉਹ ਸਕੂਲ ਜਾਂਦੇ ਆ ਤਹਿਜ਼ੀਬ ਆ ਜਾਂਦੀ ਹੈ। ਉੱਠਣਾ ਕਿਵੇਂ ਹੈ, ਬੈਠਣਾ ਕਿਵੇਂ ਹੈ, ਬੋਲਣਾ ਕਿਵੇਂ ਹੈ, ਚੱਲਣਾ ਕਿਵੇਂ ਹੈ। ਸਤਸੰਗ ਅੱਜ ਵੀ ਇੰਟਰਨੈਟ ਤੇ ਸੁਣੀ ਚਲੋ, YouTube ਭਰੀ ਪਈ ਹੈ, TV ਭਰਿਆ ਪਿਆ। ਤਹਿਜ਼ੀਬ ਕਿੱਥੋਂ ਲੈ ਕੇ ਆਓਗੇ? ਉੱਠਣਾ ਬੈਠਣਾ ਬੋਲਣਾ ਚੱਲਣਾ ਕਿੱਥੋਂ ਸਿੱਖੋਗੇ? ਇਹ ਸਿੱਖਿਆ ਜਾਣੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਕੇ, ਸੰਗਤ ਵਿੱਚ ਬੈਠ ਕੇ। ਭਾਈ ਲਾਲੋ ਨੂੰ ਤੇ ਚਾਹੀ ਇੰਨਾ ਸੀ, ਮਰਦ ਦੇ ਚਰਨਾਂ 'ਚ ਬੈਠ ਗਿਆ, ਕਹਿੰਦਾ ਪਾਤਸ਼ਾਹ ਆਪ ਜੀ ਦੇ ਚਰਨ ਮੈਂ ਘੁੱਟਣੇ ਚਾਹੁੰਦਾ। ਮਰਦ ਕਹਿੰਦੇ ਕੋਈ ਗੱਲ ਨਹੀਂ ਭਾਈ, ਪ੍ਰੇਮ ਬਹੁਤ ਜ਼ਿਆਦਾ ਹੈ। ਪਾਣੀ ਕੋਸਾ ਕੀਤਾ, ਤਿੰਨੇ ਸਿੱਖਾਂ ਦੇ ਚਰਨਾਂ ਤੋਂ ਆਏ, ਗੁਰੂ ਸਾਹਿਬ ਦੇ ਦੋਨਾਂ ਸਿੱਖਾਂ। ਮਰਦ ਕਹਿੰਦੇ ਭਾਈ ਲਾਲੋ ਹੁਣ ਤੈਨੂੰ ਸੇਵਾ ਦੇਣ ਆਏ ਆ, ਉਲਾਂਭੇ ਬੜੇ ਸੀ ਤੇਰੇ। ਮਰਦ ਛੱਡ ਕੇ ਚੱਲੇ, ਰੋਂਦੇ ਸੀ ਭਾਈ ਲਾਲੋ ਜਦੋਂ ਗੁਰੂ ਸਾਹਿਬ ਆਏ ਆ ਵੀ ਸਾਨੂੰ ਸੱਦਾ ਆਇਆ, ਭਾਈ ਬਾਲਾ ਜੀ ਲੈਣ ਆਏ, ਰਾਜਬੁਲਾ ਸਾਹਿਬ ਨੇ ਬੁਲਾਇਆ। ਹੁਣ ਖੁਸ਼ੀ ਇੰਨੀ, ਮਰਦ ਨੂੰ ਭੋਜਨ ਛਕਾਇਆ, ਇਸ਼ਨਾਨ ਪਾਣੀ ਗੁਰੂ ਸਾਹਿਬ ਨੇ ਕੀਤਾ। ਪਤਾ ਮਲਕ ਭਾਗੋ ਨੂੰ ਵੀ ਲੱਗ ਗਿਆ ਵੀ ਗੁਰੂ ਜੀ ਆਏ। ਉਹ ਬੜੀਆਂ ਸਿਫਾਰਿਸ਼ਾਂ ਪਾਉਂਦਾ ਹੈ, ਮਿੰਨਤਾਂ ਤਰਲੇ ਭੇਜਦਾ ਏ, ਪਰ ਅੱਜ ਤੱਕ ਸਤਿਗੁਰ ਨਹੀਂ ਗਏ। ਕਿਉਂ ਨਹੀਂ ਜਾ ਰਹੇ? ਪਿੱਛੇ ਆਪ ਜੀ ਨੇ ਸੁਣਿਆ, ਮਰਦ ਕਹਿੰਦੇ ਇਹਦੀ ਤੇ ਕਮਾਈ ਪਾਪ ਦੀ ਹੈ। ਇਹ ਜਿਹੜਾ ਮੰਤਰੀ ਇਹ ਭ੍ਰਿਸ਼ਟ ਹੋਇਆ ਹੈ, ਇਹ ਲੋਕਾਂ ਦੀ ਹੱਕ ਦੀ ਕਮਾਈ ਖਾਂਦਾ ਤੇ ਇਹਦੇ ਘਰ ਦਾ ਤੇ ਪਾਣੀ ਪੀ ਰਿਹਾ। ਨਹੀਂ ਗਏ ਗੁਰੂ ਸਾਹਿਬ। ਭਾਈ ਲਾਲੋ ਦੇ ਘਰ ਸਤਿਗੁਰਾਂ ਨੇ ਅੱਜ ਦੀ ਰਾਤ ਬਤੀਤ ਕੀਤੀ। ਅੰਮ੍ਰਿਤ ਵੇਲਾ ਹੋਇਆ ਏ, ਸਾਯੰ ਪਰਜੰਕੰ ਬਸਾਏ ਹੁਸਾਲੰ। ਹੁਣ ਸਤਿਗੁਰਾਂ ਦੇ ਵਾਸਤੇ ਸੋਹਣਾ ਪਲੰਘਾ ਲਾਇਆ। ਆਪ ਭਾਈ ਲਾਲੋ ਗੁਰੂ ਸਾਹਿਬ ਦੇ ਚਰਨਾਂ 'ਚ ਸੌਂ ਜਾਂਦਾ। ਕਬੀਰ ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਰਮਾਨ, कहवे को शोभा नहीं देखा की पता। मैं ਅੱਜ ਵੀ ਬੜੇ ਗੁਰਸਿੱਖ ਵੇਖੇ ਆ, ਘਰਾਂ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਉਹ ਬਾਣੀ ਪੜ੍ਹਦੇ ਆ ਨਾ, ਕੁਛ ਘੜੀਆਂ ਮਰਦ ਦੇ ਚਰਨਾਂ 'ਚ ਪੈ ਜਾਂਦੇ। ਇਹ ਨਹੀਂ ਵੀ ਲਾ ਕੇ ਸਰਾਣੇ ਸੌਂਗੇ। ਸਾਡਾ ਤੇ ਕੰਮ ਇਹੋ ਜਿਹਾ, ਲੈ ਚਾਰਜਰ ਲੈ ਕੇ ਆ ਫੋਨ ਦਾ, ਅੱਜ ਮੈਂ ਕੀ ਸੌਂ ਜਾਂਦਾ। ਨਹੀਂ, ਸੌਣਾ ਹੋਰ ਜੀ, ਗੁਰੂ ਦੀ ਗੋਦ ਦਾ ਨਿੱਘ ਮੰਨਣਾ, 2 ਘੜੀ ਸਤਿਗੁਰਾਂ ਦੇ ਚਰਨਾਂ 'ਚ ਪੈ ਜਾਣਾ। ਉਹ ਤੇ ਕਿਸੇ ਕਿਸਮਤ ਵਾਲੇ ਨੂੰ ਮਿਲਦਾ, ਭਾਗਾਂ ਵਾਲੇ ਸਿੱਖ ਅੱਜ ਵੀ ਹੈ। ਜਿਸ ਕਮਰੇ ਵਿੱਚ ਸੈਂਚੀਆਂ ਪ੍ਰਕਾਸ਼ ਨੇ, ਜਿਸ ਕਮਰੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਮੈਂ ਵੇਖਿਆ ਆਪਣੀ ਅੱਖਾਂ ਨਾਲੋਂ ਬੰਦਗੀ ਵਾਲੇ ਗੁਰਸਿੱਖ ਭੂਜੇ ਪਏ ਹੁੰਦੇ। ਕਹਿੰਦੇ ਮੈਂ ਆਪਣੇ ਪਿਆਰੇ ਪ੍ਰੀਤਮ ਦੀ ਗੋਦ ਵਿੱਚ ਚਰਨਾਂ 'ਚ ਰਾਤ ਭਰ ਭਾਈ ਲਾਲੋ ਸਤਿਗੁਰਾਂ ਦੇ ਚਰਨ ਘੁੱਟਦੇ ਰਹਿੰਦੇ ਆ, ਸੇਵਾ ਕਰਦੇ ਆ। ਉਹਨਾਂ ਚਰਨਾਂ ਦੇ ਵਿੱਚ ਹੀ ਸਤਿਗੁਰ ਪਲੰਘੇ ਤੇ ਵਿਰਾਜਮਾਨ ਹੁੰਦੇ। ਇੱਕ ਪਾਸੇ ਭਾਈ ਬਾਲਾ ਜੀ, ਦੂਜੇ ਪਾਸੇ ਭਾਈ ਮਰਦਾਨਾ ਜੀ, ਵਿਚਕਾਰ ਵੱਡਾ ਪਲੰਘਾ ਗੁਰੂ ਨਾਨਕ ਸਾਹਿਬ ਜੀ ਦਾ ਉੱਚਾ ਲੱਗਾ ਹੈ। ਤੇ ਉਹ ਗਰੀਬ ਸਿੱਖ ਚਰਨਾਂ ਦੀ ਮੌਜ ਮਾਣਦਾ ਹੈ, ਚਰਨਾਂ ਵਿੱਚ ਹੀ ਆਰਾਮ ਕਰਦਾ ਏ। ਮਨੋ ਪਾਨ ਕੀਨੰ ਆਮੀ ਭੂਰ ਪਿਆਸੰ। ਇੰਨਾ ਪਿਆਰ ਜਾਗਿਆ ਗੁਰੂ ਸਾਹਿਬ ਦੇ ਚਰਨਾਂ ਨਾਲ। ਕਹਿੰਦੇ ਸਤਿਗੁਰਾਂ ਦੇ ਚਰਨਾਂ ਦਾ ਜਲ ਵੀ ਭਾਈ ਲਾਲੋ ਛਕ ਲੈਂਦੇ ਆ। ਕਹਿੰਦੇ ਪਾਤਸ਼ਾਹ ਮੇਰੇ ਲਈ ਅੰਮ੍ਰਿਤ ਹੈ, ਪ੍ਰੇਮ ਦਾ ਨਜ਼ਰੀਆ ਹੈ। ਜਿੱਧਰ ਪ੍ਰੇਮ ਹੋ ਗਿਆ ਨਾ, ਉਧਰ ਕੰਡੇ ਵੀ ਫੁੱਲ ਲੱਗਣਗੇ, ਤੇ ਜਿੱਧਰ ਨਫ਼ਰਤ ਹੋ ਗਈ ਤੇ ਉਧਰ ਫੁੱਲਾਂ ਚੋਂ ਵੀ ਖੁਸ਼ਬੂ ਨਹੀਂ ਆਉਣੀ। ਆਖੋ ਸਤਿਨਾਮ। ਨਜ਼ਰੀਆ ਇਫੈਕਟ ਸਾਡੇ ਅੰਦਰ ਦਾ ਮੰਨਦਾ ਹੈ। ਮਨ ਨੇ ਜਿਹਨੂੰ ਮਾੜਾ ਮੰਨ ਲਿਆ ਨਾ, ਉਹ ਬੰਦਾ ਲੱਖ ਧਰਮੀ ਹੋਵੇ, ਲੱਖ ਚੰਗੇ ਕੰਮ ਕਰੇ, ਲੈ ਸਾਨੂੰ ਚੰਗਾ ਹੀ ਨਹੀਂ ਲੱਗਦਾ, ਚੁੱਪੀ ਹੋ ਜਾਂਦਾ। ਤੇ ਕੋਈ ਸਾਨੂੰ ਚੰਗਾ ਲੱਗਣ ਲੱਗ ਜੇ, ਲੱਖ ਠੱਗੀਆਂ ਠੋਰੀਆਂ ਕਰਦਾ, ਮਾੜੇ ਕੰਮ ਕਰਦਾ, ਗੁਰੂ ਘਰ ਜਾ ਕੇ ਵੀ ਉਹ ਦਾ ਭੈ ਨਹੀਂ ਮੰਨਦਾ, ਸਾਨੂੰ ਚੰਗਾ ਨਹੀਂ ਲੱਗਦਾ। ਕਿਉਂਕਿ ਮਨ ਮੰਨਣ ਦੀ ਗੱਲ ਹੈ ਨਾ। ਜਦੋਂ ਸਿੱਖ ਦਾ ਹਿਰਦਾ ਗੁਰੂ ਨਾਲ ਏਦਾਂ ਦਰਵਿਆ ਜਾਂਦਾ ਹੈ, ਪਸੀਜਿਆ ਜਾਂਦਾ ਹੈ,
ਤੇ ਗੁਰੂ ਦੀ ਹਰ ਵਸਤੂ, ਸਤਿਗੁਰ ਨਾਲ ਜੁੜੀ ਹਰ ਚੀਜ਼ ਸਿੱਖ ਨੂੰ ਪਿਆਰੀ ਲੱਗਦੀ ਹੈ। ਅੱਜ ਵੀ ਉਹ ਭਾਗਾਂ ਵਾਲੇ ਸਿੰਘ ਨੇ ਜਿਹੜੇ ਸਤਿਗੁਰਾਂ ਦੇ ਪਾਵਨ ਅਸਥਾਨਾਂ ਦੀ ਧੂੜ ਲੋਚਦੇ ਫਿਰਦੇ, ਮੱਥੇ ਟੇਕਦੇ ਫਿਰਦੇ ਆ। ਇਸ ਰੁੱਖ ਥੱਲੇ ਮੇਰੇ ਪਾਤਸ਼ਾਹ ਬੈਠੇ। ਜਦ ਕਿ ਸਿੱਖੀ ਵਿੱਚ ਰੁੱਖਾਂ ਦਾ ਕੋਈ ਕਨਸੈਪਟ ਨਹੀਂ ਹੈ, ਪਰ ਇਹਦਾ ਮਤਲਬ ਇਹ ਤਾਂ ਨਹੀਂ ਵੀ ਜੇ ਪੁਰਾਤਨ ਇਮਾਰਤਾਂ, ਗੁਰੂ ਘਰ ਵਿੱਚ ਲੱਗੇ ਰੁੱਖ ਸਤਿਗੁਰਾਂ ਨਾਲ ਸੰਬੰਧਿਤ ਨੇ, ਸਾਡੀਆਂ ਧਰੋਹਰਾਂ ਨੇ, ਵੀ ਪੱਟ ਕੇ ਸੁੱਟ ਦਿਓ, ਨਹੀਂ। ਉਸ ਰੁੱਖ ਥੱਲੇ ਬਹਿ ਕੇ ਵੇਖੋ, ਜਦੋਂ ਸਤਿਗੁਰ ਬੈਠੇ ਹੋਣਗੇ ਤੇ ਇਹਨੇ ਵੀ ਦੀਦਾਰ ਕੀਤੇ, ਇਹਨੇ ਵੀ ਸਤਿਗੁਰਾਂ ਦੀ ਸ਼ਾਨ ਗੋਦਵਾਣੀ ਹੋਣੀ, ਸ਼ਰਧਾ ਤੇ ਹੋਣੀ ਚਾਹੀਦੀ ਸੀ। ਅੱਜ ਕਿਸੇ ਧਾਰਮਿਕ ਸਥਾਨ ਤੇ ਜਾਈਏ, ਕੋਈ ਪੁਰਾਤਨ ਥਾਂ ਹੁੰਦੀ ਹੈ, ਕੋਤਵਾਲੀ ਸਾਹਿਬ ਚਲੇ ਜਾਓ, ਚਲੋ ਬਲਡੋਜ਼ਰ ਬਾਬੇ ਨੂੰ ਵੀ ਢਾਉਣ ਲੱਗੀ ਸੀ, ਉੱਤੇ ਮਹਾਰਾਜ ਨੇ ਬਚਾ ਲਿਆ, ਸੰਗਤ ਨੇ ਬਚਾ ਲਿਆ। ਤੇ ਜਦੋਂ ਅੱਜ ਵੀ ਜਾ ਕੇ ਆਪਾਂ ਬੈਠਦੇ ਹਾਂ ਕੋਤਵਾਲੀ ਸਾਹਿਬ ਦੇ ਅੰਦਰ, ਦਿਲ ਰੋ ਪੈਂਦਾ ਹੈ ਕਿਵੇਂ ਗੁਰੂ ਕੇ ਲਾਲਾ ਨੇ ਇਸ ਕਮਰੇ ਵਿੱਚ, ਇਸ ਜੇਲ੍ਹ ਦੇ ਵਿੱਚ ਰਾਤ ਬਤੀਤ ਕੀਤੀ ਹੋਵੇ। ਭਾਵ ਫੀਲ ਹੁੰਦਾ ਜਾ ਕੇ, ਮਹਿਸੂਸ ਹੁੰਦਾ ਏ ਧਰਮ ਭਾਵਨਾ ਦੀ ਤੇ ਖੇਡ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਆਏ, ਭਾਈ ਲਾਲੋ ਨੂੰ ਭੁੱਖ ਨਹੀਂ ਲੱਗਦੀ, ਪਿਆਸ ਨਹੀਂ ਲੱਗਦੀ, ਚਰਨੇ ਘੁੱਟਦਾ ਰਹਿੰਦਾ, ਸਾਰੀ ਸਾਰੀ ਰਾਤ ਪੱਖੀ ਝੁੱਲਦਾ ਰਹਿੰਦਾ ਵੀ ਗੁਰੂ ਤੇ ਗੁਰੂ ਕੇ ਸਿੱਖ ਥੱਕ ਕੇ ਆਏ ਨੇ, ਕਿਤੇ ਮੇਰੇ ਹਿੱਲੇ ਜੁਲਿਆ ਵੀ ਇਹਨਾਂ ਦੀ ਜਾਗ ਖੁੱਲੇ ਨਾ। ਰਹੇ ਪੰਚ ਰਹਿਣਾ ਚਲੇ ਫਿਰ ਆਗੇ। ਹੁਣ ਸਤਿਗੁਰ ਜੀ ਭਾਈ ਲਾਲੋ ਦੇ ਘਰ ਵਿੱਚ ਰਹੇ, ਦਿਨ ਦਿਹਾੜੇ ਜੰਗਲ ਵਿੱਚ ਚਲੇ ਜਾਂਦੇ ਆ, ਦਿਨ ਗਿਣਤੀ ਦੇ 5 ਰਾਤਾਂ ਤੇ 5 ਦਿਨ ਗੁਰੂ ਨਾਨਕ ਸਾਹਿਬ ਜੀ ਨੇ ਬਤੀਤ ਕੀਤੇ। 5ਵੇਂ ਦਿਨ ਸਤਿਗੁਰ ਕਹਿੰਦੇ ਭਾਈ ਲਾਲੋ ਜੀ 6ਵਾਂ ਦਿਨ ਹੋਇਆ, ਆਗਿਆ ਦਿਓ ਸਾਨੂੰ। ਮਨ ਭਰ ਗਿਆ, ਕਹਿੰਦੇ ਮਰ ਐਡੀ ਛੇਤੀ। ਗੁਰੂ ਸਾਹਿਬ ਕਹਿੰਦੇ ਸਿੱਖਾ ਤੂੰ ਕਿਹਾ ਸੀ ਪਾਤਸ਼ਾਹ ਮੇਰੇ ਘਰ ਮਹੀਨਾ ਰੁਕੋ, 25 ਦਿਨ ਤੇਰੇ ਕੋਲ ਪਹਿਲਾਂ ਬਤੀਤ ਕਰ ਗਏ, ਪਹਿਲੀ ਫੇਰੀ ਵਿੱਚ ਦਿਨ ਬਤੇ ਸੀ 5। ਸੋਚਿਆ ਤੇਰਾ ਕਰਜ਼ਾ ਨਾ ਨਹੀਂ। ਕਹਿੰਦਾ ਮਹਾਰਾਜ ਹੁਣ ਨਹੀਂ ਆਓਗੇ। ਹੱਸ ਕੇ ਮਹਾਰਾਜ ਕਹਿੰਦੇ ਭਾਈ ਗਏ ਕਿੱਥੇ, ਆਖੋ ਸਤਨਾਮ। ਆਉਣਾ ਤੇ ਉਹਨੇ ਆ ਜਿਹੜਾ ਕਿਤੇ ਚਲਿਆ ਗਿਆ। ਯਾਦ ਤੇ ਉਹਨੂੰ ਕਰਨਾ ਜਿਹੜਾ ਭੁੱਲਿਆ ਹੋਵੇ, ਜੋੜੀਏ ਤੇ ਉਹਨੂੰ ਜਿਹੜਾ ਟੁੱਟਿਆ ਹੋਵੇ। ਬੜੇ ਪਿਆਰ ਵਿੱਚ ਗੁਰੂ ਸਾਹਿਬ ਆਖਣ ਲੱਗੇ ਭਾਈ ਲਾਲੋ ਜੀ ਬੜਾ ਆਨੰਦ ਆਇਆ ਤੇਰੇ ਇਸ ਮਹਿਲ ਵਿੱਚ ਰਹਿ ਕੇ, ਕਿਉਂਕਿ ਗੁਰੂ ਦਾ ਇਹ ਵੱਡਪਣ ਉਹਨੇ ਆਪਣੇ ਗਰੀਬ ਸਿੱਖ ਨੂੰ ਸਦਾ ਨਵਾਜਿਆ ਹੈ। ਤੇ ਅਸੀਂ ਸਾਨੂੰ ਕਿਸੇ ਗਰੀਬ ਸਿੱਖ ਦੇ ਘਰੇ ਜਾਣ ਨੂੰ ਮੌਕਾ ਮਿਲ ਜੇ ਨਾ, ਅਸੀਂ ਤੇ ਉਹਦਾ ਜਿਹੜਾ ਜਲੂਸ ਕੱਢਦੇ ਉਹ ਰੱਬ ਜਾਣਦਾ। ਲੈ ਘਰ ਹੀ ਨਹੀਂ ਚੰਗਾ, ਏਸੀ ਤੇ ਕਿੱਥੇ ਲਾਉਣਾ, ਪੱਖਾ ਵੀ ਨਹੀਂ ਚਲਾਇਆ, ਰੋਟੀ ਸਵਾਦ ਨਹੀਂ ਸੀ, ਆਹ ਸੀ ਸਫਾਈ ਨਹੀਂ ਸੀ। ਇਹ ਕੀ ਹੈ? ਈਰਖਾ ਹੈ, ਹਉਮੈ ਹੈ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਜਾਂਦੇ ਸੀ, ਉਹ ਗਰੀਬ ਸਿੱਖ ਜਿਨ੍ਹਾਂ ਦੇ ਘਰ ਰੋਟੀ ਵੀ ਨਹੀਂ ਸੀ ਪੱਕਦੀ, ਕਦੇ ਮਰਦ ਨੇ ਕਿਹਾ ਸਿੱਖਾ ਤੇਰੇ ਬਿਸਤਰੇ ਸਾਫ਼ ਨਹੀਂ, ਤੇਰਾ ਘਰ ਕੱਚਾ, ਮੈਂ ਇੱਥੇ ਨਹੀਂ ਆਉਣਾ, ਮੈਂ ਤੇ ਮਹਿਲਾ ਚ ਰਹਿੰਦਾ ਰਿਹਾ, ਮੈਂ ਤੇ ਪਟਵਾਰੀ ਦਾ ਪੁੱਤਰ ਨਹੀਂ। ਜਿੱਥੇ ਪ੍ਰੇਮ ਹੋਏਗਾ ਉੱਥੇ ਸੱਜਣ ਦੀ ਜੁੜੀ ਹਰ ਚੀਜ਼ ਚੰਗੀ ਲੱਗਦੀ ਹੈ। ਭਾਈ ਲਾਲੋ ਇੱਕ ਗਰੀਬ ਸਿੱਖ ਹੈ, ਉਹਦੇ ਕੋਲ ਹੈ ਕੀ ਹੈ? ਉਹ ਆਪਣੀ ਮਿਹਨਤ ਕਸ਼ ਮਜ਼ਦੂਰੀ ਕਰਦਾ ਹੈ, ਰੋਟੀ ਖਾਂਦਾ ਤੇ ਖਵਾ ਦਿੰਦਾ ਹੈ। ਮਲਕ ਭਾਗੋ ਦੇ ਵੱਡੇ ਵੱਡੇ ਮਹਿਲ ਸੀ, ਗੁਰੂ ਸਾਹਿਬ ਨਹੀਂ ਗਏ ਕਿਉਂਕਿ ਉਹਦੇ ਮਹਿਲਾਂ ਦੀ ਲਾਈ ਇਤਰ ਫਲੇਲ ਖੁਸ਼ਬੂ ਵੀ ਉਹ ਚੋਂ ਵੀ ਪਾਪ ਦੀ ਦੁਰਗੰਧ ਆਉਂਦੀ ਹੈ। ਭਾਈ ਲਾਲੋ ਦੇ ਬਿਸਤਰਿਆਂ ਦੇ ਵਿੱਚੋਂ ਵੀ ਖੁਸ਼ਬੂ ਆ ਰਹੀ ਹੈ। 5 ਦਿਨ ਸਤਿਗੁਰਾਂ ਬਤੀਤ ਕੀਤੇ, ਆਗਿਆ ਮੰਗੀ ਬੜੇ ਅਦਬ ਨਾਲ। ਇਹ ਵੱਡਪਣ ਹੈ ਗੁਰੂ ਨਾਨਕ ਸਾਹਿਬ ਦਾ। ਆਪਣੇ ਪਿਆਰੇ ਕੋਲੋਂ ਵੀ ਦੂਰ ਜਾਂਦੇ, ਆਗਿਆ ਮੰਗ ਕੇ ਜਾਂਦੇ। ਇਹ ਸਿਖਾਇਆ ਮਹਾਰਾਜ ਨੇ ਸਾਨੂੰ। ਸਿੱਖ ਨੂੰ ਜਾਵੇ, ਦੱਸ ਕੇ ਜਾਵੇ, ਮਿਲ ਕੇ ਜਾਵੇ, ਪ੍ਰੇਮ ਚ ਭੇਜ ਕੇ ਜਾਵੇ। ਭਾਈ ਲਾਲੋ ਚਰਨ ਫੜ ਕੇ ਬਹਿ ਗਿਆ, ਕਹਿੰਦਾ ਮਹਾਰਾਜ 5 ਦਿਨਾਂ ਦਾ ਤੇ ਪਤਾ ਹੀ ਨਹੀਂ ਲੱਗਿਆ ਕਦੋਂ ਬਤੀਤ ਹੋ ਗਏ। ਲਏ ਨਾਮ ਜਾ ਕੇ ਵੱਡੇ ਪਾਪ ਭਾਗੈ। ਭਾਈ ਬਾਲਾ ਜੀ ਕਹਿੰਦੇ ਜਿਨ੍ਹਾਂ ਸਤਿਗੁਰਾਂ ਦੇ ਨਾਮ ਲਿਆ ਤੋਂ ਵੱਡੇ ਵੱਡੇ ਕਲਮਲ ਪਾਪ ਭੱਜ ਜਾਂਦੇ ਆ, ਛੱਡ ਜਾਂਦੇ ਆ। ਨਾਲ ਨਾਰਾਇਣ ਮੇਰਾ ਜਬ ਦੂਤ ਨਾ ਆਵੇ। ਐਸੇ ਗੁਰੂ ਨਾਨਕ ਸਾਹਿਬ ਮਹਾਰਾਜ ਭਾਈ ਲਾਲੋ ਨੂੰ ਘੁੱਟ ਕੇ ਗਲਵੱਕੜੀ ਪਾ ਕੇ ਮਿਲੇ। ਬੜਾ ਮਾਣ ਬਖਸ਼ਿਆ, ਬੜਾ ਪਿਆਰ ਬਖਸ਼ਿਆ। ਉਦੋਂ ਸਤਿਗੁਰਾਂ ਨੇ ਇੱਕ ਨਿਸ਼ਾਨੀ ਵੀ ਦਿੱਤੀ ਸੀ ਆਪਣੀ ਚਾਦਰ ਦੀ, ਆਪਣੇ ਬਸਤਰ ਦੀ। ਭਾਈ ਲਾਲੋ ਇਤਿਹਾਸ ਵਿੱਚ ਕਈ ਥਾਂ ਤੇ ਜ਼ਿਕਰ ਕਿੰਨਾ ਪ੍ਰੇਮ ਹੋਏਗਾ ਜਿਹਨੂੰ ਮਹਾਰਾਜ ਆਪਣੀ ਨਿਸ਼ਾਨੀ ਦੇ ਕੇ ਜਾ ਰਹੇ ਆ। ਤੇ ਹੁਣ ਜੇ ਭਾਈ ਲਾਲੋ ਆਖਦਾ ਵੀ ਮਹਾਰਾਜ ਦੀ ਚਾਦਰ ਹੈ ਜੀ, ਘਸੀ ਬੜੀ ਮੈਂ ਕੀ ਕਰਨੀ ਹੈ, ਤੇ ਮੈਨੂੰ ਤੁਸੀਂ ਨਿਸ਼ਾਨੀ ਦਿਓ ਕਮ ਸੇ ਕਮ 50,000 ਦੀ, ਸਿੱਖੀ ਹੈ ਨਹੀਂ। ਅੱਜ ਵੀ ਗੁਰੂ ਸਾਹਿਬ ਦੀਆਂ ਧਰੋਹਰਾਂ ਨਿਸ਼ਾਨੀਆਂ ਸਿੱਖਾਂ ਦੇ ਘਰਾਂ ਦੇ ਵਿੱਚ ਪਈਆਂ ਨੇ। ਉਹ ਕਿਤੇ ਤੇ ਬਹੁਤ ਕੀਮਤੀ ਨੇ, ਕਿਤੇ ਕੀਮਤ ਵੀ ਕੋਈ ਨਹੀਂ, ਪਰ ਪੂਜੀਆਂ ਜਾਂਦੀਆਂ ਨੇ ਕਿਉਂਕਿ ਗੁਰੂ ਆਪ ਪਰਮੇਸ਼ਰ ਹੈ, ਸ੍ਰਿਸ਼ਟੀ ਦਾ ਮਾਲਕ ਹੈ। ਭਾਈ ਲਾਲੋ ਨੂੰ ਤੇ ਖੁਸ਼ੀ ਇਸ ਕਰਕੇ ਆ ਮੇਰੇ ਘਰ ਰੱਬ ਆਇਆ
ਗਰੀਬ ਦੀ ਕੁੱਲੀ ਵਿੱਚ ਨਾਰਾਇਣ ਆਪ ਆਏ ਨੇ, ਮੈਂ ਕਿੱਦਾਂ ਸ਼ੁਕਰਗੁਜ਼ਾਰ ਹੋਵਾਂ। ਪਤੰਗ ਬੰਦ ਲਾਲੋ ਗਇਓ ਦੂਰ ਸੰਗਮ। ਉਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਘਰੋਂ ਨਿਕਲੇ ਆ, ਭਾਈ ਲਾਲੋ ਸਤਿਗੁਰਾਂ ਦੇ ਪਿੱਛੇ ਪਿੱਛੇ ਤੁਰੇ ਜਾਂਦੇ, ਮਨ ਭਰਿਆ, ਅੱਖਾਂ 'ਚ ਹੰਝੂ ਹੈ, ਚਿੱਤ ਨਹੀਂ ਕਰਦਾ ਮੈਂ ਗੁਰੂ ਸਾਹਿਬ ਨੂੰ ਵੇਚਣਾ। ਜਦੋਂ ਸਤਿਗੁਰ ਨਗਰ ਤੋਂ ਬਾਹਰ ਆ ਗਏ ਨਾ, ਈਮਨਾਬਾਦ ਬਹੁਤ ਵੱਡਾ ਸ਼ਹਿਰ ਸੀ, ਗੁਰੂ ਸਾਹਿਬ ਨੇ ਪਿੱਛੇ ਮੁੜ ਕੇ ਦੇਖਿਆ, ਭਾਈ ਲਾਲੋ ਨਾਲ ਨਾਲ ਤੁਰਦਾ। ਮਹਾਰਾਜ ਕਹਿੰਦੇ ਲਾਲੋ ਚਲਿਆ ਜਾ ਭਾਈ, ਕਹਿੰਦਾ ਨਹੀਂ ਬਾਦਸ਼ਾਹ, ਚਿੱਤ ਨਹੀਂ ਕਰਦਾ, ਹੁਣ ਤੇ ਘਰ ਵੀ ਖਾਣ ਨੂੰ ਆਉਣਾ ਹੈ, ਤੁਸੀਂ ਛੱਡ ਕੇ ਜਾ ਰਹੇ ਹੋ। ਪਰ ਗੁਰੂ ਸਾਹਿਬ ਦਾ ਬਚਨ, ਜੇ ਸਿੱਖ ਬਚਨ ਨਾ ਮੰਨੇ ਤੇ ਸਿੱਖ ਕਾਹਦਾ ਨਹੀਂ। ਮਹਾਰਾਜ ਨੇ ਕਿਹਾ ਭਾਈ ਲਾਲੋ ਕਦੇ ਸਮਾਂ ਲੱਗਿਆ ਸਬੱਬੀ ਫੇਰ ਆਵਾਂਗੇ, ਅੱਜ ਸਾਨੂੰ ਰੋਕਿਓ ਨਾ, ਅਸੀਂ ਬੜੀ ਦੂਰ ਜਾਣਾ ਹੈ, ਤੇਰੇ ਵਰਗਾ ਪਿਆਰਾ ਸਾਨੂੰ ਚੇਤੇ ਕਰਦਾ ਏ। ਮੁਰੇ ਨਾ ਕਰਮ ਪ੍ਰੇਮ ਭਰੰਗ ਅਮੰਗੰ। ਬੜੇ ਪਿਆਰ 'ਚ ਭਰਿਆ ਭਾਈ ਲਾਲੋ ਅਥਰੂ ਵਹਾ ਵਹਾ ਕੇ ਰੋਇਆ, ਕਹਿੰਦਾ ਮਹਾਰਾਜ ਮੈਂ ਨਹੀਂ ਮੁੜਨਾ, ਜਿੱਥੋਂ ਤੱਕ ਮੇਰੀ ਜਿੰਦ ਜਾਨ ਆ, ਮੈਂ ਇੱਥੇ ਤੁਰਿਆ ਜਾਊ, ਮੈਂ ਜਾਊਂਗਾ। ਗੁਰੂ ਸਾਹਿਬ ਜਾ ਕੇ ਜੂਹਾਂ ਤੇ ਖੜ ਗਏ, ਫਿਰਨੀ ਤੇ ਖੜ ਗਏ ਈਮਨਾਬਾਦ। ਸਤਿਗੁਰ ਕਹਿੰਦੇ ਭਾਈ ਲਾਲੋ ਸਾਡੀਆਂ ਅੱਖਾਂ ਦੇ ਸਾਹਮਣੇ ਵਾਪਸ ਜਾ। ਕਹਿੰਦਾ ਬਾਦਸ਼ਾਹ ਜਿੰਨਾ ਕਦਮਾਂ ਨਾਲ ਚੱਲ ਕੇ ਤੇਰੇ ਕੋਲ ਆਇਆ ਨਾ, ਇਹ ਕਦਮ ਹੁਣ ਪੁੱਠੇ ਨਹੀਂ ਚੱਲ ਸਕਦੇ। ਆਖੋ ਸਤਿਨਾਮ। ਵਾਪਸ ਕਿਵੇਂ ਜਾਵਾਂ? ਗੁਰੂ ਸਾਹਿਬ ਕਹਿੰਦੇ ਅਸੀਂ ਖੜਦੇ ਹਾਂ, ਤੂੰ ਜਾ। ਇਹ ਪ੍ਰੇਮ ਦੀ ਨਿਸ਼ਾਨੀ ਹੈ, ਵਰਨਾ ਆਪਣੇ ਕੋਈ ਰਿਸ਼ਤੇਦਾਰ ਆਇਆ ਆਪਾਂ ਗੇਟ ਤੱਕ ਵੀ ਨਹੀਂ ਜਾਂਦੇ ਛੱਡਣ, ਦੂਰ ਤੇ ਕੀ ਛੱਡ ਕੇ ਆਉਣਾ। ਪੁਰਾਣੇ ਲੋਕਾਂ 'ਚ ਸੱਭਿਆਚਾਰ ਸੀ, ਬਜ਼ੁਰਗਾਂ 'ਚ ਉਹ ਬੱਸ ਸਟਾਪ ਦਾ ਬਹਾਨਾ ਲਾ ਕੇ ਬੜੀ ਦੂਰ ਤੱਕ ਛੱਡਣ ਜਾਂਦੇ ਹੁੰਦੇ ਸੀ। ਪਤਾ ਕੀ ਵੇ, ਇਹ ਸਾਡੇ ਪੰਜਾਬ ਦਾ ਧਾਰਮਿਕ ਸੱਭਿਆਚਾਰ ਸੀ। ਅੱਜ ਕੱਲ੍ਹ ਕਿੱਥੇ, ਅੱਜ ਕੱਲ੍ਹ ਤੇ ਘਰੇ ਬੈਠਾ ਕਹਿੰਦਾ ਕਹਿੰਦੇ ਹੈ ਨਹੀਂ। ਰਿਸ਼ਤੇਦਾਰ ਆ ਜੇ ਤੇ ਨੱਕ ਚੜ ਜਾਂਦਾ, ਯਾਰ ਆ ਕਿਉਂ ਗਿਆ, ਜਾਊ ਕਦੋਂ ਉਤੋਂ ਤੋਂ ਆਓ ਜੀ, ਯਾਦ ਕਰਦੇ ਸੀ ਬੜੇ ਦਿਨਾਂ ਬਾਅਦ ਆਏ ਹੋ, ਕਿਵੇਂ ਆਏ ਹੋ, ਖੁਸ਼ੀ ਹੋਈ ਤੁਹਾਨੂੰ ਮਿਲ ਕੇ, ਅੰਦਰ ਕੀਆਂ ਤੇ ਬਾਹਰ ਕੀਆਂ ਸੀ। ਪਰ ਸਿੱਖ ਦਾ ਪ੍ਰੇਮ ਵੇਖੋ, ਗੁਰੂ ਸਾਹਿਬ ਕਹਿੰਦੇ ਭਾਈ ਲਾਲੋ ਤੁਸੀਂ ਚੱਲੋ, ਅਸੀਂ ਤੁਹਾਨੂੰ ਜਾਂਦਿਆਂ ਵੇਖਾਂਗੇ। ਇਹ ਕੀ ਹੈ, ਸਮਝਣਾ ਪੈਣਾ ਕਿਤੇ ਨਾ ਕਿਤੇ ਵੀ ਗੁਰੂ ਐਡਾ ਡਾਢਾ ਵੀ ਹੈ, ਇੰਨਾ ਗਹਿਰਾ ਵੀ ਹੈ। ਜੇ ਸਿੱਖ ਪ੍ਰੇਮ ਕਰਦਾ ਤੇ ਗੁਰੂ 10 ਕਦਮ ਅੱਗੇ ਚੱਲਦੇ ਆ। ਚਰਨ ਸ਼ਰਨ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗਿਆ ਹੋਏ। ਇਹਨੂੰ ਕਹਿੰਦੇ ਆ ਵੀ ਕਰੋੜਾ ਕਦਮ ਸਤਿਗੁਰ ਸਿੱਖ ਨੂੰ ਅੱਗੋਂ ਮਿਲਣ ਆਉਂਦੇ, ਅੱਗੋਂ ਲੈਣ ਆਉਂਦੇ ਆ। ਭਾਈ ਲਾਲੋ ਨੇ ਸਤਿਗੁਰਾਂ ਦਾ ਬਚਨ ਮੰਨਿਆ, ਚਿੱਤ ਨਹੀਂ ਸੀ ਕਰਦਾ, ਚਰਨ ਫੜੇ, ਨਮਸਕਾਰ ਕੀਤੀ, ਅੱਖਾਂ 'ਚੋਂ ਹੰਝੂ ਆਏ। ਗੁਰੂ ਸਾਹਿਬ ਨੇ ਸੀਸ ਤੇ ਹੱਥ ਰੱਖਿਆ, ਕਹਿੰਦੇ ਸਦਾ ਕਰਤਾਰ ਚਿੱਤ ਆਵੇ। ਅੱਜ ਫੇਰ ਉਹੀ ਬਚਨ ਰਸਨਾ ਤੋਂ ਦੁਹਰਾਇਆ ਏ। ਭਾਨਿਓ ਬਾਰ ਬਾਰ ਮੁਰਿਓ ਧਾਮ ਆਇੰ। ਜਦੋਂ ਬਾਰ-ਬਾਰ ਸਤਿਗੁਰਾਂ ਨੇ ਕਿਹਾ ਤਾਂ ਭਾਈ ਲਾਲੋ ਘਰ ਨੂੰ ਮੁੜਨ ਲੱਗੇ ਆ। ਵਰਨਾ ਉਹ ਵੀ ਜਿੱਦ ਕਰਦੇ ਸੀ, ਮਹਾਰਾਜ ਮੈਂ ਦੂਰ ਤੱਕ ਨਾਲ ਜਾਣਾ ਹੈ। ਸਤਿਗੁਰ ਕਹਿੰਦੇ ਨਹੀਂ ਸਿੱਖਾ, ਤੂੰ ਗ੍ਰਸਤੀ ਹੈ, ਪਰਿਵਾਰ ਵਾਲਾ ਹੈ, ਤੂੰ ਆਪਣੇ ਘਰੇ ਜਾ ਕੰਮਕਾਜ ਵੀ ਕਰਨੇ ਆ, ਅਸੀਂ ਫਕੀਰ ਹਾਂ, ਸਾਧੂ ਹਾਂ, ਸਾਡੇ ਸਫਰ ਲੰਮੇਰੇ ਨੇ, ਤੂੰ ਸਾਡੇ ਨਾਲ ਨਹੀਂ ਜਾ ਸਕਦਾ। ਆਖਰਕਾਰ ਸਤਿਗੁਰਾਂ ਨੂੰ ਮੱਥਾ ਟੇਕ ਭਾਈ ਲਾਲੋ ਪੁੱਠੇ ਪੈਰ ਪਿੱਛੇ ਚੱਲੇ ਵੀ ਜੇ ਮੈਂ ਪਿੱਠ ਕਰਕੇ ਤੁਰਿਆ ਤੇ ਫਿਰ ਸੱਜਣ ਤਾਈ ਕਾਦੀ। ਆਖੋ ਸਤਿਨਾਮ। ਮੈਂ ਸੱਜਣ ਨੂੰ ਪਿੱਠ ਕਰਕੇ ਜਾਵਾਂ, ਕਿਵੇਂ ਹੋ ਸਕਦਾ ਹੈ? ਗੁਰੂ ਬਾਬਾ ਜੀ ਉਸੇ ਥਾਂ ਤੇ ਖੜੇ, ਭਾਈ ਬਾਲਾ ਜੀ ਨਾਲ ਨੇ, ਭਾਈ ਮਰਦਾਨਾ ਜੀ ਨਾਲ ਨੇ। ਮਰਦਾਨਾ ਜੀ ਦੇ ਕੋਲ ਰਵਾਬ ਹੈ, ਕਹਿੰਦੇ ਨੇਤਰ ਦੋਨੇ ਤਰਫਾਂ ਤੋਂ ਭਰੇ, ਇੱਧਰ ਸਤਿਗੁਰਾਂ ਦੇ ਨੇਤਰ ਭੇਜੇ, ਉੱਧਰ ਭਾਈ ਲਾਲੋ ਜੀ। ਨਮਸਕਾਰ ਕਰਕੇ ਪੁੱਠੇ ਪੈਰ ਤੁਰੇ ਜਾ ਰਹੇ ਨੇ, ਬਾਰ-ਬਾਰ ਸੀਸ ਲਗਾਉਂਦੇ ਨੇ। ਜਿਤੈ ਮੈਂ ਗੁਰੂ ਰੂਪ ਤੈਸੰ ਬਸਾਇੰ। ਚੱਲ ਕੇ ਘਰੇ ਆਏ, ਆਪਣੇ ਘਰ ਨੂੰ ਵੀ ਆ ਕੇ ਨਮਸਕਾਰ ਕੀਤੀ। ਦਹਲੀਜ਼ ਨੂੰ ਵੀ ਉਹ ਘਰ ਹੈ ਜਿੱਥੇ ਪਰਮਾਤਮਾ ਦੀ ਆਪ ਬੈਠੀ ਸੀ। ਆਏ, ਚੌਂਕੜਾ ਲਾ ਲਿਆ, ਅੰਦਰ ਬੈਠ ਕੇ ਖੂਬ ਰੋਏ। ਪ੍ਰੇਮ ਦੇ ਵਿੱਚ ਬਰਾਬਰ, ਜਿਹਨੂੰ ਰੋਣਾ ਨਹੀਂ ਕਹਿੰਦੇ, ਚਲੋ ਇੱਕ ਸਮਝਣ ਵਾਸਤੇ ਆਪਾਂ ਇਹ ਸ਼ਬਦ ਵਰਤਦੇ ਹੁੰਦੇ ਆ ਵੀ ਰੋਏ ਆ, ਕਿਉਂਕਿ ਇਸ ਅਵਸਥਾ ਦੇ ਵਿੱਚ ਰੋਣਾ ਬੜੀਆਂ ਛੋਟੀਆਂ ਗੱਲਾਂ ਹੁੰਦੀਆਂ, ਇਹਨੂੰ ਵਿਰਾਗ ਕਹਿੰਦੇ ਆ। ਹੰਝੂ ਭਰੇ ਹੁੰਦੇ ਆ। ਕਹਿੰਦੇ ਸਤਿਗੁਰਾਂ ਨੂੰ ਚੇਤੇ ਕੀਤਾ, ਆਖਰਕਾਰ ਉਹ ਸਫ਼ਰ ਚੇਤੇ ਆਉਂਦਾ, ਮੋੜ ਯਾਦ ਆਉਂਦਾ ਜਦੋਂ ਸਤਿਗੁਰ ਮੁੜੇ ਸੀ। ਕਹਿੰਦੇ ਉਹੀ ਸੂਰਤ ਹਿਰਦੇ ਵਿੱਚ ਉਤਰ ਗਈ। ਹੁਣ ਭਾਈ ਲਾਲੋ ਜੀ ਦੇ ਨੇਤਰ ਬੰਦ ਨੇ, ਨੇਤਰਾਂ ਵਿੱਚ ਗੁਰੂ ਸਾਹਿਬ ਨਜ਼ਰ ਆਉਂਦੇ ਨੇ। ਜਹਾਂ ਦੇਸ਼ ਮੰਤਰੰ
ਢਕ ਬੰਗਾਲਾ। ਇਧਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵੇਖਿਆ ਭਾਈ ਲਾਲੋ ਜੀ ਅੱਖਾਂ ਤੋਂ ਦੂਰ ਹੋ ਗਏ। ਸਤਿਗੁਰ ਕਹਿੰਦੇ ਸਤ ਕਰਤਾਰ ਚੱਲ ਮਰਦਾਨੇ ਆ। ਭਾਈ ਮਰਦਾਨਾ ਜੀ ਕਹਿੰਦੇ ਬਾਬਾ ਸਾ ਕਿੱਥੇ ਜਾਣਾ ਹੈ? ਗੁਰੂ ਸਾਹਿਬ ਕਹਿੰਦੇ ਮਰਦਾਨਿਆਂ ਵੇਖੀ ਰੰਗ ਕਰਦਾ ਜਿੱਥੇ ਲੈ ਜੂ ਉੱਥੇ ਚੱਲਾਂਗੇ। ਆਪਾਂ ਜਾਣਾ ਢਾਕਾ ਬਗਾਲ, ਵੈਸਟ ਬੰਗਾਲ ਦਾ ਪਾਸਾ, ਅੱਗੇ ਢਾਕਾ ਪੈ ਜਾਂਦਾ ਉਹ ਵਾਲਾ। ਉੱਥੇ ਕੀ ਹੈ? ਉਸ ਇਲਾਕੇ ਵਿੱਚ ਲੋਕ ਮੰਤਰ ਤੰਤਰਾਂ ਦੀਆਂ ਵਿਧੀਆਂ ਜਾਣਦੇ ਨੇ। ਅੱਜ ਵੀ ਪੂਰੇ ਵਿਸ਼ਵ ਦੇ ਵਿੱਚ ਭਾਰਤ ਦਾ ਇੱਕ ਹਿੱਸਾ ਹੈ ਬੰਗਾਲ, ਜਿੱਥੋਂ ਬੰਗਾਲੀ ਬਾਬੇ ਆਉਂਦੇ ਆ। ਕਿਉਂ? ਇਹ ਉਹ ਲੋਕ ਨੇ ਜਿਨ੍ਹਾਂ ਨੇ ਮੰਤਰਾਂ ਤੰਤਰਾਂ ਦੇ ਨਾਲ ਰਾਜਿਆਂ ਨੂੰ ਭਿਖਾਰੀ ਬਣਾਇਆ ਤੇ ਭਿਖਾਰੀਆਂ ਨੂੰ ਰਾਜੇ। ਤੇ ਫਿਰ ਇਦਾਂ ਹੀ ਅਸਾਮ ਦੇ ਲੋਕ ਨੇ, ਉਹ ਵੀ ਆਪ ਜੀ ਨੇ ਸੁਣਿਆ ਉਸੇ ਪਾਸੇ ਕੀ ਕੁਝ ਕਰਦੇ ਸੀ। ਗੁਰੂ ਤੇਗ ਬਹਾਦਰ ਪਾਤਸ਼ਾਹ ਗਏ ਆ ਨਾ, ਤੇ ਫਿਰ ਉਹਨਾਂ ਜਾਦੂਗਰਨੀਆਂ ਨੇ ਕੀ ਕੁਝ ਨਹੀਂ ਕੀਤਾ। ਜੇ ਨਹੀਂ ਯਕੀਨ ਦਰਸ਼ਨ ਕਰੋ ਗੁਰਦੁਆਰਾ ਧੋਬੜੀ ਸਾਹਿਬ। ਧੋਬੜੀ ਸਾਹਿਬ ਕਿਉਂ ਹੈ? ਜਦੋਂ ਬ੍ਰਹਮਪੁੱਤਰ ਦਰਿਆ ਮਰਦ ਤੇ ਸੁੱਟਣ ਲੱਗੇ ਨਾ, ਤੇ ਫਿਰ ਸੱਚੇ ਪਾਤਸ਼ਾਹ ਨੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਉਹਨਾਂ ਕੁੜਦੀਆਂ ਧੋਬੜਾਂ ਨੂੰ ਫੜ ਥੱਲੇ ਲਾਇਆ। ਜੋ ਹੰਕਾਰ ਚ ਸੀ, ਘਮੰਡ ਵਿੱਚ ਸੀ, ਕਰਾਮਾਤਾਂ ਖਿੱਚ ਖਾਲੀ ਕਰਦੀਆਂ, ਤੇ ਰੁੱਖ ਉੜਦਾ ਰੋਕ ਲਿਆ। ਅੱਜ ਉੱਥੇ ਅਸਥਾਨ ਬਣੇ ਆ, ਸੰਗਤਾਂ ਦਰਸ਼ਨ ਦੀਦਾਰ ਕਰਦੀਆਂ ਨੇ। ਉਹ ਅਸੀਂ ਤੇ ਪੰਜਾਬ ਦੇ ਗੁਰੂ ਘਰ ਨਹੀਂ ਘੁੰਮੇ ਕਿਉਂਕਿ ਬਹੁਤ ਦੂਰ ਹੈ ਸਾਡੇ। ਇੱਕ ਦੋ ਗੁਰਦੁਆਰੇ ਮੱਥਾ ਟੇਕਿਆ, ਬਾਅਦ ਸਿੱਖੀ ਮਹਾਨ ਆ, ਅਸੀਂ ਮਹਾਨ ਅਸੀਂ ਇੱਥੇ ਖੜੇ ਆ। ਸਿੱਖ ਦੇ ਜੀਵਨ ਵਿੱਚ ਜ਼ਰੂਰ ਯਾਤਰਾ ਹੋਣੀ ਚਾਹੀਦੀ, ਯਾਦ ਹੋਣੀ ਚਾਹੀਦੀ ਹੈ। ਕਿਉਂਕਿ ਜਿਉਂ-ਜਿਉਂ ਗੁਰੂ ਦਾ ਸਿੱਖ ਇਤਿਹਾਸ ਸੁਣਦਾ, ਇਤਿਹਾਸਕ ਥਾਵਾਂ ਤੇ ਜਾਂਦਾ ਹੈ, ਉਹ ਆਪਣੇ ਸਤਿਗੁਰ ਨਾਲ ਪ੍ਰੀਤ ਹੋਰ ਗਹਿਰੀ ਪਾਉਂਦਾ, ਹੋਰ ਕਰੀਬ ਹੁੰਦਾ ਹੈ, ਹੋਰ ਪਿਆਰ ਵੱਧਦਾ ਹੈ। ਮਹਾਰਾਜ ਕਹਿੰਦੇ ਆਪਾਂ ਢਾਕੇ ਬੰਗਾਲ ਵਾਲੇ ਪਾਸੇ ਜਾਣਾ ਹੈ। ਇੱਥੇ ਕਵੀ ਜੀ ਕਹਿੰਦੇ ਇਹ ਪ੍ਰਸੰਗ ਸੰਪੂਰਨ ਨਹੀਂ। ਸੰਪੂਰਨ ਤੋਂ ਭਾਵ ਵੀ ਗੁਰੂ ਨਾਨਕ ਸਾਹਿਬ ਬਾਰੇ ਪਤਾ ਨਹੀਂ ਕਿੰਨੀਆਂ ਥਾਵਾਂ ਤੇ ਉਹਨਾਂ ਰਾਤਾਂ ਬਤੀਤ ਕੀਤੀਆਂ ਹੋਣੀਆਂ, ਉਹ ਸਾਰਾ ਨਹੀਂ ਸੁਣਾ ਸਕਦੇ। ਕਹਿੰਦੇ ਜਿੰਨਾ ਕੁ ਮੈਨੂੰ ਇਤਿਹਾਸ ਖੋਜ ਦੇ ਨਾਲ ਪ੍ਰਾਪਤ ਹੋਇਆ ਮੈਂ ਉਨਾ ਹੀ ਲਿਖਿਆ। ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੀ ਜੀਵਨੀ ਤੇ ਅਜੇ ਬਹੁਤ ਵੱਡੀਆਂ ਖੋਜਾਂ ਜਾਰੀ ਨੇ। ਜੇ ਕਿਤੇ ਸਾਡੇ ਪੰਥ ਨੂੰ, ਸਾਡੀ ਕੌਮ ਨੂੰ ਵੇਲ ਮਿਲ ਜੇ ਆ ਲੜਾਈ ਝਗੜੇ ਵਾਲੇ ਪਾਸੇ, ਕਿਤੇ ਕੋਈ ਸਕਾਲਰ ਇਕੱਠੇ ਕਰਨ, ਵਿਦਵਾਨਾਂ ਦਾ ਪੈਨਲ ਬੈਠੇ, ਇਤਿਹਾਸ ਦੀ ਖੋਜਾਂ ਹੋਣ, ਹੈ ਕਿਤੇ ਨਹੀਂ। ਗੁਰੂ ਗ੍ਰੰਥ ਸਾਹਿਬ ਦੇ ਨਾਮ ਤੇ ਯੂਨੀਵਰਸਿਟੀਆਂ ਬਣ ਗਈਆਂ, ਖੋਜ ਕੇਂਦਰ ਬਣ ਗਏ। ਖੋਜ ਕਿੱਥੇ ਹੋ ਰਹੀ ਹੈ? ਖੋਜ ਦੀ ਗੱਲ ਛੱਡੋ, ਜੋ ਸਾਡੇ ਕੋਲੇ ਅਸੀਂ ਤੇ ਉਹ ਢਾਉਣ ਬੈਠੇ ਆ। ਆਖੋ ਸਤਿਨਾਮ, ਵੀ ਰਹਿਣ ਨਹੀਂ ਦੇਣਾ ਕੁਛ। ਖੋਜਾਂ ਪੂਜਾ ਦੂਰ ਦੀਆਂ ਗੱਲਾਂ ਨੇ। ਪਰ ਕਵੀ ਜੀ ਕਹਿੰਦੇ ਇਹ ਇਤਿਹਾਸ ਖੋਜ ਅਧੀਨ ਹੈ ਸਫਰ। ਪਰ ਜਿੱਥੋਂ ਕਹਿੰਦੇ ਮੈਨੂੰ ਪ੍ਰਾਪਤ ਹੋਇਆ ਮੈਂ ਲਿਖਣ ਦੀ ਕੋਸ਼ਿਸ਼ ਕੀਤੀ ਹੈ। ਭਾਵ ਅੱਜ ਵੀ ਜੇ ਸਿੱਖ ਕੌਮ ਇਹਨਾਂ ਰਾਹਾਂ ਨੂੰ ਛਾਣੇ ਨਾ, ਬੇਅੰਤ ਤੇ ਸੈਂਕੜੇ ਸਥਾਨ ਪ੍ਰਗਟ ਹੋਣਗੇ ਜਿੱਥੇ ਗੁਰੂ ਬਾਬਾ ਜੀ ਦੀ ਚਰਨ ਪਾਈ। ਏਮਨਾਬਾਦ ਕਿੱਥੇ ਹੈ ਜੀ? ਢਾਕਾ ਬੰਗਾਲ ਕਿੱਥੇ ਹੈ? ਜ਼ਮੀਨ ਅਸਮਾਨ ਦਾ ਫਰਕ ਹੈ ਨਾ। ਐਡਾ ਵੱਡਾ ਸਫ਼ਰ ਅਲੋਪ ਹੈ, ਸਕਿਪ ਹੋ ਰਿਹਾ ਸਫ਼ਰ। ਕਦੇ ਕਿਸੇ ਨੇ ਸੋਚਿਆ ਮੇਰੇ ਵਰਗਾ ਕਥਾ ਸੁਣਾ ਕੇ ਅੱਗੇ ਲੱਗ ਜਾਂਦਾ ਕਿ ਮੈਨੂੰ ਕੀ ਹੈ, ਲੈ ਵੀ ਮੈਂ ਇੱਕ ਦਿਨ 'ਚ 2 ਪ੍ਰਸੰਗ ਸੁਣਾਤੇ, 4 ਸੁਣਾਤੇ, ਤਨਖਾਹ ਮਿਲ ਗਈ, ਸੁਣੋ ਸੀ ਕੀ ਲੈਣਾ। ਚਿੰਤਾ ਨਹੀਂ ਹੈ। ਇਤਿਹਾਸ ਐਡਾ ਵੱਡਾ, ਇਹ ਤਾਜ਼ਾ ਇਤਿਹਾਸ ਹੈ। 500 ਸਾਲ ਕੀ ਹੁੰਦੇ ਆ, 5-6 ਪੀੜ੍ਹੀਆਂ ਦੀਆਂ ਗੱਲਾਂ ਕਰੋ। ਕਿੰਨੀਆਂ ਵੱਡੀਆਂ ਗੱਲਾਂ, ਕਿੰਨੀ ਕੁ ਦੂਰ ਦੀਆਂ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਇੱਥੋਂ ਚੱਲੇ, ਪੈਦਲ ਚੱਲੇ, ਪੈਦਲ। ਦਿਨ ਰਾਤ ਦਾ ਸਫ਼ਰ ਅਸੀਂ ਤੈਅ ਕੀਤਾ ਏ। ਕਹਾਂ ਕੋ ਚਲੇ ਪਰਾਕ ਦੀਨੰ ਦੇ ਅੱਲਾ। ਭਾਈ ਬਾਲਾ ਜੀ ਆਖਦੇ ਗੁਰੂ ਅੰਗਦ ਦੇਵ ਮਹਾਰਾਜ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਮਹਾਰਾਜ ਉਸ ਪਾਸੇ ਚੱਲੇ ਨੇ। ਸਭ ਤੋਂ ਪਹਿਲਾਂ ਢਾਕਾ ਬੰਗਾਲ ਵਾਲੇ ਪਾਸੇ। ਏਮਨਾਬਾਦ ਤੋਂ ਗੁਰੂ ਸਾਹਿਬ ਜਾ ਰਹੇ ਆ। ਹੁਣ ਹਜ਼ਾਰਾਂ ਸ਼ਹਿਰ ਆਏ ਹੋਣੇ, ਸੈਂਕੜੇ ਰਾਹ ਦੇ ਵਿੱਚ, ਪਿੰਡ ਗ੍ਰਾਮ ਕੀ ਕੁਛ ਆਇਆ ਹੋਣਾ, ਉਹ ਸਾਰਾ ਮਿਸ ਕੀਤਾ ਜਾ ਰਿਹਾ। ਕਹਿੰਦੇ ਉਹਨਾਂ ਬਾਰੇ ਅਜੇ ਖੋਜਾਂ ਅਧੀਨ ਨੇ, ਪ੍ਰੋਪਰ ਪ੍ਰਾਪਤ ਨਹੀਂ ਹੋਈਆਂ। ਗੁਰੂ ਸਾਹਿਬ ਚੱਲਦੇ ਫਕੀਰਾਂ ਨੂੰ, ਲੋਕਾਂ ਨੂੰ, ਪਾਪੀਆਂ ਨੂੰ ਤਾਰਦੇ ਜਾ ਰਹੇ ਨੇ। ਉਧਰ ਜਾਣਾ ਵੀ ਸਤਿਗੁਰਾਂ ਦਾ ਮਕਸਦ ਸੀ। ਭੁੱਲੀ ਵਿਸਰੀ ਦੁਨੀਆ ਰੱਬ ਨੂੰ ਵਿਸਾਰ ਕੇ ਮਾੜੇ ਕੰਮ ਕਰਦੀ ਹੈ। ਗਤੀ ਮੰਦ ਮੰਦੰ ਪਦੰਗ ਪੰਥ ਪਾਵੇਂ। ਪਰ ਭਾਈ ਬਾਲਾ ਜੀ ਕਹਿੰਦੇ ਮੇਰੇ ਸਤਿਗੁਰਾਂ ਦੀ ਚਾਲ ਬੜੀ ਨਿਰਾਲੀ ਤੇ ਹੌਲੀ ਸੀ, ਕੋਈ ਕਾਲੀ ਨਹੀਂ ਹੈ ਕਿਤੇ। ਕਹਿੰਦੇ ਇੱਕ ਕਦਮ ਸਤਿਗੁਰ ਰੱਖਦੇ ਆ, ਚੁੱਕ ਲੈਂਦੇ ਆ, ਚਰਨਾਂ 'ਚ ਖੜਾਵਾਂ ਪਾਈਆਂ, ਖੜਾਵ ਨਾਲ ਮਿੱਟੀ ਉੜਦੀ ਹੈ, ਫਿਰ ਡਿੱਗ ਜਾਂਦੀ ਥੱਲੇ। ਅਸੀਂ ਮਹਾਰਾਜ ਦੇ ਚਰਨ ਵੇਖਦੇ ਜਾਂਦੇ ਆ, ਜਿਨ੍ਹਾਂ ਚਰਨਾਂ ਦੇ ਹੇਠਾਂ ਪਦਮ ਤੇ ਨੀਲ ਦੇ ਨਿਸ਼ਾਨ। ਐਸੇ ਸੋਹਣੇ ਗੁਰੂ ਨਾਨਕ ਪਾਤਸ਼ਾਹ ਤੁਰੇ ਜਾਂਦੇ ਆ। ਕਦੇ ਚੁੱਪ ਹੁੰਦੇ ਆ, ਕਦੇ ਬਚਨ ਸੁਣਾਉਂਦੇ ਆ, ਕਦੇ ਕਹਿੰਦੇ ਮਰਦਾਨਿਆ ਤੂੰ ਸੁਣਾ ਰੱਬ ਦੇ ਘਰ ਦੀ ਗੱਲ।
किते कोई सानू अजनबी मिल जाता है, बंदगी वाला हर कोई थोड़ा पछाणदा है। कई लोगों नाल ते सतगुर इदां तुरे जाते जिवें कोई आम व्यक्ति अपने नाल तुरिया जावे, पता ही नहीं हुंदा भी गुरु साहब ने। क्योंकि मेरे सतगुर ने कदे नहीं जनाया सी रब परमात्मा हाँ, भी उन्हां कोल ते लोग 2-2 दिन रह जाते सी, फिर पता लगदा सी अच्छा ये गुरु साहब ने, योगी गुरु नानक ने जिन्हां कलयुग दे समय दुनिया तार दी। पुछिया तो बाद किते पता लगदा सी ये रब्बी ने। कि अज मैं कहना हाल वेख लो लोगों का, जिन्हों मर्जी पुछो वो कहता मैं ही रब आखो सतनाम। रब च रब बचते फिरदे। हालत एडी माड़ी साडे देश दी साडे धर्मां दी होई पई है, हर बंदा परेशान है। जिहड़े मर्जी धर्मी नूं पुछ लो वो कहंदा यार मैनूं समझ ही नहीं आउंदी दुनिया जा किहड़े पासे होई है। मैं पाठ करदा दिल नहीं लगदा, सेवा करदा चित नहीं करदा। लोकां दे हालात वेख के हर कोई फैड हो जांदा। अंदरों क्यों नहीं सुखी? क्योंकि जोड़न वाले रहे बहुत घट। जे कोई जुड़िया हो तो जोड़ूगा ना, जे कोई जोड़ता है मेरे वर्गा अपने नाल जोड़ी जोड़ता है। वो कहता मैं सियाना मेरे को आया करो, मैं तो वध ज्ञान नहीं हो किते जाइयो ना, कथा सुनो जिथे मर्जी सुनो, जिथे किते आनंद आउंदा उत्थे जाके सुन लो, कोई बंदिश नहीं है। आनंद लो, रस लो, कीर्तन जिथे मर्जी सुनो, जेड़े मर्जी गुरु घर जाओ, कोई रौला नहीं है। सबे रंग नारायण रब आप वर्त है। आज गुरु साहब कहते जो चलते चलते काफी दूर चले गए, कहते संघने जंगल आए, जंगलों तो बाद रेतले इलाके आ गए। बसै रैन माही चले दिवस जावें। सारा दिन पैदल तुरदे आ, थके टुटे, किते पानी मिल गया पी लिया, कहते रात भर किते भी सूरज छिपदा सी। तिन्ने जने गुरु साहब, भाई मरदाना जी, भाई बाला जी कहते दास आराम कर रहे। कदे सतगुरां ने नहीं कहा असीं भुजे सुते आ, सानू पलवे दा इंतजाम। बस जिथे रात पै गई, कित कीता किसी नगरों बाहर, किसी जंगल दे विच चादर विछाउणी, उत्थे आराम करना। ते अजकल इन्ना माड़ा हाल है, पखंडी साध तुरदे आ, पैरां थल्ले भी तौलीए विछाई जांदे। जे किते बैठणगे भी ना किते सत्संग दे स्टेज ते, उत्थे भी चादरां ते चादरां, वो कित्थे लेखा दऊगे। अज आ हाल साडी कौम दा। पिछे जे वेखिया नहीं परसों चौथे दी गल, गुरु ग्रंथ साहिब दी हजूरी विच ही एक लच्चर कलाकार लगा होया, कहंदा मैं ये जिहड़े गीत ने हरमंदर साहिब भी गा सकदा। सुनिया पता होना तुहानूं, इत्थे तक गल पहुंच गई। क्यों? क्योंकि साडी कौम सुती हुई है। ਅਸੀਂ ਆਪ बढ़ावा दे रहे हैं कथान ਨੂੰ। जो गुरु ग्रंथ साहिब ने सानू समझाਉਂਦੇ ਆ, सिख पंथ की है, सिख कौम की है, सिख धर्म की साडी मर्यादा की है, साडे धरोहर की ने। मैं कहना किसी ਨੂੰ नहीं पता। इत्थे सिखां दे बच्चिਆਂ ਨੂੰ पुछो 4 ਸਾਹਿਬਜ਼ਾਦਿਆਂ ਦੇ ਨਾਂ ਕੀ ਨੇ, ਕੱਖ नहीं पता। 5 प्यारे कौन ने, किहड़े इलाकिਆਂ ਤੋਂ आए, किवें किवें अमर संचार होया, कुछ नहीं जानते। किसी ਨੂੰ पुछ लो चमकौर साहब कित्थे आ, कहंदे मैं सुनिया दिल्ली दे नेड़े है। ਇਹੋ ਜਿਹੇ ਮਿਲਦੇ ਸਿੱਖਾਂ ਦੇ ਬੱਚੇ ਅੱਜ ਕੱਲ੍ਹ, ਪਰ ਉਹ ਬੜੇ ਕਿਰਪਾ ਵਾਲੇ ਹੈ ਵਿੱਚ ਸਾਡੇ, ਜਿਨ੍ਹਾਂ ਤੇ ਮਨ ਦੀ ਏਡੀ ਦਇਆ ਹੈ, ਉਹ ਸਿੱਖੀ ਨਾਲ ਜੁੜੇ ਆ। ਕਿਉਂਕਿ ਮਾਪੇ ਜੁੜੇ, ਮਾਂ-ਬਾਪ ਜੁੜੇ, ਬੱਚਿਆਂ ਨੂੰ ਬੰਦਗੀ ਨਾਲ ਜੋੜਦੇ ਆ। ਹੁਣ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਰਾਤ ਨੂੰ ਸਮਾਂ ਬਤੀਤ ਕਰਦੇ ਆ, ਕਿਤੇ ਇਸ਼ਨਾਨ ਹੋ ਵੀ ਜਾਂਦਾ, ਕਿਤੇ ਰਹਿ ਵੀ ਜਾਂਦਾ। ਕਿਉਂਕਿ ਹਰ ਥਾਂ ਤੇ ਨਦੀ ਥੋੜਾ ਹੁੰਦੀ, ਹਰ ਥਾਂ ਖੂਹ ਥੋੜੀ ਹੈ, ਪਰ ਕੋਸ਼ਿਸ਼ ਕਰਦੇ ਨੇ ਸਤਿਗੁਰ ਕਿਤੇ ਪਾਣੀ ਦਾ ਸਰੋਤ ਹੋਵੇ। भांत बीते जबे दिवस तीन। कहते 3 दिन बतीत हो गए, ना किसी ने रोटी पूछी, उठण नहीं गया। मां बिना कौन पुछदा है? लख चाचियां ताइयां मासियां होण, तो सच्ची मावां मावां ही हुंदियां ने। आखो सतनाम। वो मां त्रिपताई सी जो कहती सी पुੱਤ परदेस ना जाई, किथे खाएगा। अज लखां थावां ते चले जाओ, हर मां नूं अपने पुੱਤ दा फिक्र, दूजे दे पुੱਤ नूं कोई पुੱਤ नहीं समझदा। समझदा ना कोई गल नहीं होना। जदों गुरु साहब आए ना, कहंदे भाई बाला जी आखदे, कहंदे मैं भाई मरदानी नूं वेखदा रहा, वो ना अंदरों अंदर टुरदा जांदा है भी 3 दिन हो गए, बाबा पानी पानी पिलाई जांदा, रोटी ते खवाउंदा ही नहीं। 3 दिन भुखे प्यासे सफर करना सौखा है। ਅਸੀਂ 1 ਘੰਟਾ ਖਾਲੀ नहीं तुर सकते। इत्थे पार्क जाण तो पहला भी पता नहीं कितना कुछ ठूस के जाते, आके भी जूस लियाओ, शिकंजवी लियाओ, आ खवाओ, फिर कहते अजे भुख नहीं लगदी। उन्हां दा की हाल होना। 3 दिन चले आ, लगातार तुरे ने, सारा दिन चलना ते रात भर आराम करना, भुखियां भी नहीं होनी। पर गुरु साहब जी किसी ने नहीं पूछा भी रोटी खानी है नहीं, नसीब ही नहीं हो रही। क्यों नहीं हो रही नसीब? जिन्ना राहां तो गुरु साहब लंघे आ ना,
ਅੱਜ ਜਾਂ ਕੱਲ ਮੈਂ ਤੁਹਾਨੂੰ ਥਾਂ ਦੱਸ ਦੇਣੀ ਵੀ ਕਿੱਥੇ ਹੈ। ਅੱਜ ਵੀ ਜਾ ਕੇ ਵੇਖੋ 30 40 ਕਿਲੋਮੀਟਰ ਤੱਕ ਪਿੰਡ ਨਹੀਂ ਹੈ ਕੋਈ। ਅੱਜ ਵੀ ਆਹੀ ਹਾਲ ਆ ਉੱਥੇ। ਉਦੋਂ ਤੇ ਕੀ ਹੋਣਾ ਅੱਜ ਤੋਂ 550 ਸਾਲ 600 ਸਾਲ ਪਹਿਲਾਂ ਕੌਣ ਹੁੰਦਾ। ਇਹੋ ਜਿਹਾ ਰੇਤਿਆਂ ਦੇ ਵਿੱਚੋਂ ਗੁਰੂ ਸਾਹਿਬ ਗੁਜ਼ਰਦੇ ਜਾਂਦੇ ਆ। ਕਹਿੰਦੇ ਪਾਣੀ ਵੀ ਪੀਣ ਨੂੰ ਨਸੀਬ ਨਹੀਂ ਹੁੰਦਾ, ਰੋਟੀ ਤੇ ਅੰਨ ਦਾ ਦਾਣਾ ਤੇ ਕਿੱਥੋਂ ਪਹੁੰਚ ਲੈਣਾ ਸੀ। 3 ਦਿਨ ਦਾ ਸਫ਼ਰ ਤੈਅ ਕੀਤਾ, 3 ਰਾਤਾਂ ਕੱਟੀਆਂ ਨੇ। ਚੌਥੇ ਦਿਨ ਸੂਰਜ ਚੜ੍ਹ ਗਿਆ। ਉੱਠਣ ਸਾਰ ਸਤਿਗੁਰ ਕਹਿੰਦੇ ਚਲੋ ਪਿਆਰਿਓ ਆਪਾਂ ਅੱਗੇ ਵਧੀਏ। ਆਹਾਰੰ ਕਿਸੁ ਥਾਨ ਲੀਨਿੰਗ ਨਾ ਕੀਨੰ। ਕਿਸੇ ਥਾਂ ਵੀ ਰੋਟੀ ਨਾ ਮਿਲੀ, ਭੋਜਨ ਨਾ ਮਿਲਿਆ, ਕਿਤੇ ਪੱਤੇ ਵੀ ਖਾਣ ਨੂੰ ਨਾ ਮਿਲੇ, ਕਿਉਂਕਿ ਬੰਦਾ ਹੀ ਨਹੀਂ ਦਿਸਦਾ ਤੇ ਭੋਜਨ ਕਿੱਥੋਂ ਮਿਲਣਾ। ਤੇ ਨਾ ਉੱਥੇ ਕੋਈ ਜੰਗਲ ਆ ਵੀ ਕੋਈ ਫਲ ਫੁੱਲ ਤੋੜਿਆ ਜਾਵੇ, ਕਿਤੇ ਕੁਝ ਮਿਲ ਜਾਵੇ। ਰੇਤੇ ਦਾ ਇਲਾਕਾ, ਇਹ ਝਾੜੀਆਂ ਨੇ, ਡੀਲੇ ਦੇ ਬੂਟੇ ਲੱਗੇ, ਕਿਤੇ ਅੱਗ ਲੱਗਾ, ਕਿਤੇ ਕੁਛ ਲੱਗਾ, ਇਹ ਚੀਜ਼ਾਂ ਹੁੰਦੀਆਂ। ਇਹ ਕਿਹੜਾ ਇਲਾਕਾ ਸੀ। ਅੱਜ ਵੀ ਵੇਖੀਏ ਤੇ ਕਿ ਰਾਜਸਥਾਨ ਦਾ ਰੇਤਲਾ ਏਰੀਆ ਹੈ। ਜਾਓ ਅੱਜ ਰਾਜਸਥਾਨ, ਚਲੋ ਹੁਣ ਤੇ ਵੈਸੇ ਬਹੁਤ ਡਿਵੈਲਪ ਹੈ, ਵੱਡੇ ਵੱਡੇ ਸ਼ਹਿਰ ਵਸ ਗਏ, ਪਰ ਅੱਜ ਵੀ ਐਸੇ ਇਲਾਕੇ ਨਹੀਂ ਜਿੱਥੇ ਕੁਛ ਵੀ ਨਹੀਂ ਨਸੀਬ ਹੁੰਦਾ, ਪਾਣੀ ਨਹੀਂ ਮਿਲਦਾ। ਗੁਰੂ ਨਾਨਕ ਸਾਹਿਬ ਮਹਾਰਾਜ ਵੇਖਦੇ ਰਹੇ, ਪਹਿਲੀ ਕਸਵੱਟੀ ਸਤਿਗੁਰਾਂ ਨੇ ਆਪਣੇ ਦੋਨੇ ਸਿੱਖਾਂ ਤੇ ਲਾਈ ਹੈ। ਸ਼ੁਦਾ ਹੈ ਨਾ ਮੋਕੋ ਗੁਰੂ ਧੀਰ ਦੀਨੰ। ਭਾਈ ਬਾਲਾ ਜੀ ਕਹਿੰਦੇ ਮੈਂ ਆਪਣੀ ਦੱਸਦੇ ਆ, ਕਹਿੰਦੇ ਗੁਰੂ ਸਾਹਿਬ ਨੇ ਐਸੀ ਕਿਰਪਾ ਮੇਰੇ ਤੇ ਕੀਤੀ, ਮੈਨੂੰ ਤੇ ਭੁੱਖ ਨਾ ਲੱਗੀ 3 ਦਿਨ, ਕਿਉਂਕਿ ਸੰਤੋਖ ਹੈ, ਸਬਰ ਸੀ, ਨਾਮ ਦਾ ਸਹਾਰਾ ਸੀ, ਪ੍ਰਾਣਾਂ ਦੇ ਨਾਮ ਦਾ ਸਹਾਰਾ। ਤੇ ਨਾਮ ਜਪਣ ਵਾਲਿਆਂ ਦੀ ਭੁੱਖ ਪਿਆਸ ਕਿਉਂ ਘਟਦੀ ਹੈ। ਤੁਸੀਂ 4 ਦਿਨ ਬੰਦਗੀ ਕਰਕੇ ਵੇਖੋ, 5ਵੇਂ ਦਿਨ ਡਾਕਟਰ ਕੋਲ ਫਿਰੋਗੇ, ਡਾਕਟਰ ਸਾਹਿਬ ਪਤਾ ਨਹੀਂ ਕੀ ਗੱਲ ਹੈ ਕਿ ਭੁੱਖ ਨਹੀਂ ਲੱਗਦੀ, ਪਿਆਸ ਵੀ ਨਹੀਂ ਲੱਗਦੀ, ਨੀਂਦ ਵੀ ਨਹੀਂ ਆਉਂਦੀ। ਪਰ ਪਿਆਰਾ ਡਾਕਟਰ ਕੀ ਦੱਸੂਗਾ, ਵੀ ਤੇ ਰੱਬ ਦੇ ਨਾਮ ਦਾ ਪ੍ਰਭਾਵ ਸੀ। ਇਹੀ ਚੀਜ਼ਾਂ ਤੇ ਤੈਨੂੰ ਤੰਦਰੁਸਤ ਬਣਾਉਣਗੀਆਂ। ਸਾਰਾ ਦਿਨ ਗਧਿਆਂ ਵਾਂਗੂ ਖਾਈ ਜਾਣਾ, ਢੋਈ ਜਾਣਾ, ਫਿਰ ਕੀ ਕਰੇਗਾ। ਜਦੋਂ ਨਾਮ ਜਪਦੇ ਆ, ਬੰਦਗੀ ਕਰਦੇ ਆ, ਭੁੱਖ ਪਿਆਸ ਮਿਟਣੀ ਸ਼ੁਰੂ ਹੋ ਜਾਂਦੀ ਹੈ, ਖੋਹ ਪੈਣ ਲੱਗ ਜਾਂਦੀ ਅੰਦਰੋਂ, ਪਰ ਜੀ ਨਹੀਂ ਕਰਦਾ ਕੁਝ ਖਾਣ। ਭਾਈ ਬਾਲਾ ਜੀ ਕਹਿੰਦੇ ਗੁਰੂ ਸਾਹਿਬ ਦੀ ਐਸੀ ਕਿਰਪਾ, ਮੈਨੂੰ ਤੇ ਨਾ ਪਿਆਸ ਲੱਗੇ ਨਾ ਲੱਗੇ ਭੁੱਖ। ਤੀਜਾ ਹੋ ਗਿਆ ਦਿਨ, ਕਹਿੰਦੇ ਮੈਂ ਤੇ ਸਤਿਗੁਰਾਂ ਦੇ ਬਰਾਬਰ ਤੁਰਿਆ ਕਰਾਂ, ਕਦੇ ਮਾਰੇ ਤੇਜ਼ ਚੱਲ ਪਿਆ ਕਰ, ਕਦੇ ਹੌਲੀ ਹੋ ਜਾ ਕਰਨ। ਕਹਿੰਦੇ ਸਾਡਾ ਸੱਜਣ ਜਿਹੜਾ ਪਿੱਛੇ ਸੀ ਭਾਈ ਮਰਦਾ, ਉਹ ਗੁਰੂ ਸਾਹਿਬ ਨੂੰ ਕੁਝ ਨਹੀਂ ਕਹਿੰਦਾ, ਮੈਨੂੰ ਅੱਖਾਂ ਜਿਹਾ ਕੱਢਦਾ, ਆਖੋ ਸਤਿਨਾਮ ਵੀ ਜਿਹੋ ਜਿਹਾ ਸਾਡਾ ਬਾਬਾ ਉਹੋ ਜਿਹਾ ਬਾਬੇ ਦਾ ਚੇਲਾ। ਬਿਨਾਂ ਤੋਂ ਉਹਨਾਂ ਨੂੰ ਭੁੱਖ ਨਹੀਂ ਲੱਗਦੀ, ਤੇ ਮੈਨੂੰ ਵੀ ਇਹ ਪੁੱਛਦੇ ਨਹੀਂ। ਆਨੰਦੰ ਦਿਨੰ ਰਹਿਣ ਸ਼ੋਕਨ ਬਾਹੀਨੰ। ਕਹਿੰਦੇ ਸਾਰੀ ਰਾਤ ਏਦਾਂ ਹੀ ਬਤੀਤ ਹੋ ਜਾਂਦੀ, ਚੌਥਾ ਦਿਨ ਚੜ ਗਿਆ ਜੀ। 3 ਦਿਨ ਤਾਂ ਲੰਘੇ ਪਹਿਲੇ, ਚੌਥੇ ਦਿਨ ਵੀ ਭਾਈ ਮਰਦਾਨੇ ਨੇ ਵੇਖਿਆ ਵੀ ਆਪਾਂ ਨੂੰ ਕਿੰਨੀ ਲੱਗਦੀ ਕੋਈ ਖਾਣ ਪੀਣ ਦੀ ਆਸ। ਜਦੋਂ ਸਾਨੂੰ ਪਤਾ ਲੱਗੇ ਨਾ ਸਫ਼ਰ 'ਚ ਵੀ ਹੁਣ 5-6 ਘੰਟੇ ਰੋਟੀ ਨੇ, ਕੋਈ ਜਾਨ ਨਿਕਲਣ ਵਾਲੀ ਹੋ ਜਾਂਦੀ ਹੈ ਜੀ, ਪਤਾ ਲੱਗ ਜੇ ਵੀ ਮਿਲਣੀ ਨਹੀਂ। ਉਦਾਂ ਭਾਵੇਂ ਰੋਟੀ ਸਾਡੇ ਟਿਫਨ ਵਿੱਚ ਪੈਕ ਹੋਵੇ ਤੇ ਬੰਦਾ ਹੈ ਕੋਲੇ, ਭੁੱਖ ਲੱਗੂ ਖਾ ਲਾਂਗੇ, ਭੁੱਖ ਨਹੀਂ ਲੱਗਦੀ। ਜੋ ਤੁਹਾਡੇ ਕੋਲ ਅਵੇਲੇਬਲ ਹੋਏਗਾ, ਤੁਹਾਡੇ ਕੋਲ ਪਿਆ ਹੋਏਗਾ, ਭਾਵੇਂ ਉਹ ਭੋਜਨ ਹੋਵੇ, ਭੁੱਖ ਨਹੀਂ ਲਾਏਗਾ। ਜਿੱਦਣ ਤੁਹਾਨੂੰ ਪਤਾ ਲੱਗੇ ਨਾ ਵੀ ਇਹ ਚੀਜ਼ ਮਿਲਣੀ ਵੀ ਔਖਾ ਹੋ ਜਾਂਦਾ। ਹੁਣ ਆਪਾਂ ਕਈ ਵਾਰ ਘਰਾਂ ਚੋਂ ਨਹੀਂ ਨਿਕਲਦੇ ਆ, ਲਾਕਡਾਊਨ ਚੱਲਿਆ, ਮਹੀਨਾ ਘਰ 'ਚ ਹਰੇਕ ਨੂੰ ਕੱਟਣਾ ਔਖਾ। ਕਹਿੰਦੇ ਹਾਏ ਵਰਗੇ ਪਾਗਲ ਕਿਉਂ ਬਈ, ਕਿਸੇ ਨੇ ਬੰਦਸ਼ ਲਾਈ ਹੈ। ਆਪ ਅਸੀਂ ਜਾਈਏ ਲੱਖ ਵਾਰ ਨਾ 6 ਮਹੀਨੇ ਨਾ ਬਾਹਰ ਨਿਕਲੀ, ਬੋਰ ਨਹੀਂ ਹੋਵੇ, ਪਰ ਕਿਸੇ ਨੇ ਰੋਕਦਾ ਨਾ, ਜਾਣਾ ਨਹੀਂ, ਔਖਾ ਹੋ ਗਿਆ ਘਰੋਂ ਨਿਕਲਣਾ, ਬੰਦਸ਼ ਲੱਗ ਗਈ ਹੈ। ਹੁਣ ਭਾਈ ਮਰਦਾਨਾ ਜੀ ਜਿਹੜੇ ਰੋਜ਼ 3 ਵੇਲੇ ਭੋਜਨ ਛਕਦੇ ਆ, ਸੁਲਤਾਨਪੁਰ ਲੋਧੀ ਵੀ, ਇੱਥੇ ਵੀ ਹੁਣ 3 ਦਿਨ ਤੋਂ ਉੱਪਰ ਸਮਾਂ ਚਲਿਆ ਗਿਆ, ਰੋਟੀ ਪਾਣੀ ਨਸੀਬ ਹੀ ਨਹੀਂ ਹੋਇਆ, ਕਿਤੇ ਆਸ ਵੀ ਨਹੀਂ ਲੱਗਦੀ, ਆਂਦਰਾਂ ਨੂੰ ਖੋ ਪੈਂਦੀ ਹੈ। ਦੋਹਰਾ ਸ਼ੁਦਾ ਲੱਗੇ ਵਿਆਕਲ ਪਇਓ ਮਰਦਾਨਾ ਅਕਲਾਏ। ਜਿਸ ਵੇਲੇ ਬਹੁਤ ਜ਼ਿਆਦਾ ਭੁੱਖ ਲੱਗੀ, ਕਹਿੰਦੇ ਭਾਈ ਮਰਦਾਨਾ ਜੀ ਅਕਲਾਏ, ਵਿਆਕੁਲ ਹੋ ਗਏ। ਵਿਆਕੁਲ ਹੋਣਾ ਕੀ, ਅੰਦਰੋਂ ਅੰਦਰ ਵਿਸ ਪੀ ਜਾਣੀ, ਬੋਲਣਾ ਹੀ ਨਹੀਂ ਕੁਛ। ਰਫਤਾਰ ਧੀਮੀ ਕਰ ਲਈ, ਸਤਿਗੁਰ ਤੇਜ਼ ਚੱਲਦੇ ਆ, ਭਾਈ ਬਾਲਾ ਜੀ ਤੇਜ਼ ਚੱਲਦੇ, ਕਹਿੰਦੇ ਭਾਈ ਮਰਦਾਨਾ ਹੌਲੀ ਹੌਲੀ ਹੋ ਗਿਆ। ਬੜਾ ਕੁਝ ਚੱਲਦਾ ਜੀ ਦਿਲ ਦਿਮਾਗ ਵਿੱਚ। ਕਹਿੰਦਾ ਮਨਾ ਮੇਰਿਆ ਤੈਨੂੰ ਹੀ ਚਾਹ ਚੜਿਆ ਸੀ ਜਾਣ ਦਾ, ਬਾਬਾ ਲੈ ਚੱਲ ਕਿਤੇ ਕਮਾ। ਜੇ ਬਾਬੇ ਦੇ ਆਹੀ ਹਾਲ ਨੇ, ਅਜੇ ਵੀ ਘਰ ਨੂੰ ਮੁੜ ਜਾ, ਚੰਗਾ ਆਖੋ ਸਤਿਨਾਮ। ਅਜੇ ਤੇ ਭੁੱਖ ਸ਼ੁਰੂ ਹੋਈ ਹੈ, ਖਿਆਲ ਆਉਣ ਲੱਗ ਗਏ। ਮੈਂ ਫਿਰ ਬੇਨਤੀ ਕਰਦੇ ਆ, ਭਾਈ ਮਰਦਾਨਾ ਜੀ ਕੋਈ ਆਮ ਨਹੀਂ ਨੇ, ਮਤ ਸੋਚੋ। ਭਾਈ ਮਰਦਾਨਾ ਜਗ ਤਾਰਨ ਦਾ ਬਹਾਨਾ ਏ।
ਦੁਨੀਆ ਨੂੰ ਤਾਰਦੇ ਆ ਸਤਿਗੁਰ ਭਾਈ ਮਰਦਾਨੇ ਦੇ ਬਹਾਨੇ। ਉਹ ਬ੍ਰਹਮ ਗਿਆਨੀ ਸਿੱਖ ਹੈ ਭਾਈ ਮਰਦਾਨਾ, ਰਬਾਬੀ ਹੈ। ਇੱਕ ਬਾਬਾ ਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਉਹ ਤੇ ਮਰਦਾ ਹੀ ਨਹੀਂ, ਭੁੱਖ ਕਿੱਥੋਂ ਲੱਗਣੀ। ਇੱਕ ਖੇਡਾਂ ਸੀ ਗੁਰੂ ਸਾਹਿਬ ਦੀ, ਮਰਦ ਭੁੱਖ ਲਾ ਦਿੰਦੇ ਆ, ਖੇਡ ਵਰਤਾ ਦਿੰਦੇ ਆ। ਜਿੱਥੇ ਭਾਈ ਬਾਲੇ ਨੂੰ ਸੰਤੋਖ ਸਬਰ ਬਖਸ਼ਿਆ, ਇਹਨਾਂ ਨੂੰ ਕਿਉਂ ਨਹੀਂ ਬਖਸ਼ਿਆ? ਬਖਸ਼ ਸਕਦੇ ਸੀ, ਮਾਪਿਆਂ ਨੂੰ ਦੇ ਕੇ ਆਏ ਆ। ਭਾਈ ਬਾਲਾ ਜੀ ਨੂੰ ਕਹਿ ਦਿੱਤਾ, ਬਾਲਿਆ ਤੈਨੂੰ ਭੁੱਖ ਪਿਆਸ ਨਹੀਂ ਲੱਗਣੀ, ਸਦਾ ਨਾਮ ਚਿੱਤੇ ਹੋਣਾ। ਭਾਈ ਮਰਦਾਨੇ ਨੂੰ ਕਿਉਂ ਨਹੀਂ ਗਿਆ? ਖੇਡ ਸੀ। ਭਾਈ ਮਰਦਾਨਾ ਇੰਨਾ ਵਿਆਕੁਲ ਹੋ ਗਿਆ, ਹੌਲੀ ਹੌਲੀ ਪਿੱਛੇ ਤੁਰਿਆ ਜਾਂਦਾ ਹੈ, ਮਨ ਢੇਰੀ ਹੋ ਗਿਆ। ਹੇਤ ਕਾਰਨ ਕਰਨ ਤੇ ਔਰ ਭੂਖ ਲਗਾਏ। ਇੱਥੇ ਕਵੀ ਜੀ ਨੇ ਵੀ ਬਿਆਨ ਕਰਤਾ ਤੇ ਭਾਈ ਬਾਲਾ ਜੀ ਵੀ ਕਹਿੰਦੇ ਮੇਰੇ ਸਤਿਗੁਰ ਕਰਨ ਕਾਰਨ ਹਾਰ ਸਮਰੱਥ ਨੇ, ਉਹ ਆਪ ਹੀ ਭੁੱਖ ਲਾ ਦਿੰਦੇ ਆ, ਆਪੇ ਹੀ ਹਟਾ ਦਿੰਦੇ ਆ। ਤੇ ਭਾਈ ਮਰਦਾਨੇ ਨੂੰ ਗੁੱਸਾ ਭਾਈ ਬਾਲਾ ਜੀ ਤੇ ਘੱਟ ਤੇ ਗੁਰੂ ਸਾਹਿਬ ਤੇ ਜ਼ਿਆਦਾ ਆਉਣ ਲੱਗ ਗਿਆ। ਕਿਉਂ? ਇੱਕ ਤੇ ਮਿੱਤਰ ਹੈ, ਕਰੀਬੀ ਹੈ। ਵੀ ਬਾਬਾ ਜੇ ਤੈਨੂੰ ਭੁੱਖ ਨਹੀਂ ਲੱਗਦੀ, ਤੈਨੂੰ ਇਹਨਾਂ ਤੇ ਪਤਾ ਨਾ ਵੀ ਦਾਸ ਨੂੰ ਤੇ ਲੱਗਦੀ ਹੈ, ਮੈਨੂੰ ਤੇ ਲੱਗਦੀ, ਮੇਰੇ ਬਾਰੇ ਤੇ ਸੋਚ ਲੈਂਦੇ। ਪਰ ਕਿਹਾ ਕੁਛ ਨਹੀਂ, ਅੰਦਰੋਂ ਤੋਂ ਦੇਖਦੇ ਆ ਕਦ ਤੱਕ ਰੋਟੀ ਪੁੱਛਦੇ, ਕਦੋਂ ਤੱਕ ਪਾਣੀ ਨਹੀਂ ਪਿਲਾਉਣਗੇ, ਕਦੋਂ ਤੱਕ ਆਰਾਮ ਨਹੀਂ ਕਰਾਉਣਗੇ। ਸਵਈਆ ਪੂਰ ਸੁਦਾ ਖਿਜ ਹੈ ਮਨ ਮੈਂ, ਕੁਛ ਭਾਖਤ ਨਾ ਮੁਖਤੀ ਮਰਦਾਨਾ। ਭਾਈ ਬਾਲਾ ਜੀ ਕਹਿੰਦੇ ਮੈਂ ਵੇਖ ਕੇ ਕਦੇ ਕਦੇ ਮੁਸਕਰਾ ਪਿਆ ਕਰਾਂ, ਮੈਨੂੰ ਹਾਸਾ ਵੀ ਆ ਜਾ ਕਰੇ, ਪਰ ਮੈਂ ਰਿਹਾ ਕਰਾਂ ਚੁੱਪ। ਗੁਰੂ ਸਾਹਿਬ ਕੋਈ ਬਚਨ ਸੁਣਾਇਆ ਕਰਨ, ਭਾਈ ਮਰਦਾਨਾ ਖਿਜਿਆ ਬੋਲੇ ਗੱਲ ਕਰੀ, ਮੈਂ ਨਹੀਂ ਸੁਣਦਾ। ਸੁਭਾਵਿਕ ਗੱਲ ਹੈ, ਭੁੱਖ ਲੱਗੀ ਹੋਵੇ ਨਾ, ਕੋਈ ਤੁਹਾਨੂੰ ਕਹੇ ਆ ਤੈਨੂੰ ਮੈਂ ਰੱਬ ਦੀ ਗੱਲ ਸੁਣਾਵਾਂ, ਕਹਿੰਦਾ ਯਾਰ ਮੈਨੂੰ ਨਹੀਂ ਸੁਣਦੀ। ਸਫ਼ਰ 'ਚ ਜਾ ਰਹੇ ਆ, ਭੁੱਖ ਲੱਗੀ, ਉਹ ਕਹਿੰਦਾ ਵੇਖ ਕਿੰਨਾ ਸੋਹਣਾ ਮਹਿਲ ਬਣਿਆ, ਕਹਿੰਦਾ ਮੈਨੂੰ ਨਹੀਂ ਦਿੰਦਾ ਯਾਰ, ਕਿਤੇ ਢਾਬੇ ਤੇ ਹੋ ਖਵਾ ਮੈਨੂੰ ਕੁਛ। ਇਸੇ ਕਰਕੇ ਭਗਤਾਂ ਨੇ ਲਿਖਿਆ ਭੁੱਖੇ ਭਗਤ ਨਾ ਕੀਜੈ, ਇਹ ਵਾਲਾ ਆਪਣੀ ਕੀਜੈ। ਰੱਬਾ ਦੇ ਭੁੱਖਾ ਰਹਿ ਕੇ ਭਗਤੀ ਕਰਾਉਣੀ ਆ, ਚੱਕ ਆਪਣੀ ਮਾਲਾ ਮੈਂ ਹੀ ਲੈਣਾ ਵੀ। ਇਹ ਕੀ ਹੈ? ਪ੍ਰੇਮ ਦੀਆਂ ਖੇਡਾਂ ਨੇ। ਸਾਡੇ ਵਾਲਾ ਕੰਮ ਥੋੜੀ ਹੈ ਵੀ 5 ਪਰੌਂਠੇ ਖਾ ਕੇ ਆ ਬਾਬਾ ਕੋਈ ਫੇਰ ਮਿਲਾਂਗੇ ਬੈਠ ਕੇ। ਹੁਣ ਛੱਡ, ਗੁਰੂ ਨਾਨਕ ਸਾਹਿਬ ਮਹਾਰਾਜ ਦੇ ਵੱਲ ਵੇਖੀ ਜਾਵੇ ਭਾਈ ਮਰਦਾਨਾ, ਬਾਬਾ ਦਿਲਾਂ ਦੀਆਂ ਜਾਣਦਾ, ਜਾਣੀ ਜਾਣ ਹੈ, ਪੁੱਛਦਾ ਕਿਉਂ ਨਹੀਂ ਮੈਨੂੰ? ਆ ਜਿਹੜੇ ਤੇਰੇ ਮੇਰੇ ਸ਼ਬਦ ਨੇ ਇਹ ਉਹੀ ਵਰਤ ਸਕਦੇ, ਅਸੀਂ ਨਹੀਂ। ਕਿਉਂਕਿ ਭਾਈ ਮਰਦਾਨਾ ਯਾਰਾਂ ਦਾ ਯਾਰ ਹੈ, ਗੁਰੂ ਦਾ ਪ੍ਰੇਮ ਹੈ, ਉਹ ਸਤਿਗੁਰਾਂ ਦਾ ਪਿਆਰਾ ਪਰਮ ਸਿੱਖ ਹੈ। ਬਾਬਾ ਕਹਿੰਦੇ ਗੱਲ ਕਰਦਾ ਹੈ ਗੁਰੂ ਸਾਹਿਬ ਨੂੰ, ਉਹ ਕਦੇ ਗੁਰੂ ਨਾਨਕ ਸਾਹਿਬ ਨਹੀਂ ਸੀ ਕਹਿੰਦੇ, ਕਿਉਂਕਿ ਬਾਬਾ ਸ਼ਬਦ ਬਹੁਤ ਵੱਡਾ ਹੈ। ਅੱਜ ਤੇ ਬਾਬੇ ਵੀ ਕਲਯੁਗੀ ਨੇ, ਆਖੋ ਸਤਿਨਾਮ। ਆਹ ਹਾਲਤ ਤੋਈ ਜਾਂਦੀ ਹੈ। ਆਪ ਜੀ ਦੇ ਵਿੱਚ ਸੁਣਿਆ ਭਾਈ ਗੁਰਦਾਸ ਜੀ ਨੇ ਕਿੰਨੇ ਪ੍ਰਮਾਣ ਦਿੱਤੇ, ਜਾ ਹਰ ਪੀਰ ਤੁਮਰ ਬਾਬਾ। ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਵਾਜੋ ਦੋਨੋਂ, ਆਪਾਂ ਬਾਬਾ ਸ਼ਬਦ ਹੁੰਦਾ ਕਿਉਂ ਆਉਂਦਾ ਹੈ? ਬਾਬੇ ਤਾਰੇ ਚਾਰ ਚੱਕ, ਇੱਥੇ ਵੀ ਬਾਬਾ ਸ਼ਬਦ। ਇਹਦਾ ਮਤਲਬ ਬਾਬਾ ਸ਼ਬਦ ਬਹੁਤ ਵੱਡਾ ਹੈ। ਪਰ ਇੱਥੇ ਦੇ ਲੋਕ ਮੇਰੇ ਵਰਗੇ ਨੂੰ ਪੰਪ ਮਾਰੀ ਜਾਂਦੇ, ਤੂੰ ਬਾਬਾ ਹੈ, ਤੂੰ ਭਾਈ ਸਾਹਿਬ, ਤੂੰ ਫਲਾਣੇ ਨੂੰ ਤੱਕ ਨਹੀਂ ਹੈ। ਤੁਹਾਡੇ ਵਰਗੇ ਹੈ, ਇੱਕ ਪਾਸੇ ਕਹਿੰਦੇ ਸੰਗਤ ਗੁਰੂ ਰੂਪ ਹੈ, ਮਰਦ ਨੇ ਅੰਮ੍ਰਿਤ ਛਕਾ ਕੇ ਸਾਨੂੰ ਸਾਰਿਆਂ ਨੂੰ ਇੱਕ ਬਣਾਇਆ ਹੈ। ਦੂਜੇ ਪਾਸੇ ਮੈਂ ਕਹਿੰਦਾ ਮੇਰੇ ਪੈਰੀ ਹੱਥ ਲਾਓ, ਮੈਂ ਵੱਡਾ, ਮੈਂ ਖਾਸ ਹਾਂ। ਕਿਵੇਂ ਹੋਇਆ? ਭਰਾ ਤੇ ਭਰਾ ਹੀ ਹੋਊਗਾ, ਭਰਾ ਤੇ ਪੈਰੀ ਹੱਥ ਥੋੜੀ ਲਾਉਣਾ, ਚੱਕੀ ਪਾ ਕੇ ਭਰਾ ਭੈਣ ਇੱਕ ਦੂਜੇ ਦੇ ਕੋਲ ਖੜਦੇ ਆ। ਕਦੇ ਹੋਇਆ ਵੀ ਭਰਾ ਉੱਚੇ ਪਲਗੇ ਤੇ ਬੈਠਾ ਤੇ ਭੈਣ ਪੈਰਾਂ ਨੂੰ ਬੈਠੀ ਹੋਈ? ਨਹੀਂ। ਗੁਰੂ ਕਲਗੀਧਰ ਸਾਡੇ ਪਿਤਾ ਨੇ, ਮਾਤਾ ਸਾਹਿਬ ਕੌਰ ਜੀ ਸਾਡੇ ਮਾਤਾ ਨੇ, ਅਸੀਂ ਉਹਨਾਂ ਦੇ ਬੱਚੇ ਆ, ਅਸੀਂ ਇਕੱਠੇ ਆ ਸਾਰੇ, ਸੰਗਤ ਰੂਪਾਂ ਸੀ। ਭਾਈ ਮਰਦਾਨੇ ਨੂੰ ਮਰਦ ਦੇ ਖਿੱਚ ਵੀ ਉੱਠਦੀ ਹੈ ਵੀ ਬਾਬਾ ਭੁੱਖਾ ਮਾਰਦਾ, ਵੇਖਦੇ ਲੈ ਪਿੱਛੇ ਮੁੜ ਕੇ ਤੇਜ਼ ਤੁਰਦੇ। ਭੁੱਖਾ ਬੰਦਾ ਹੋਵੇ ਨਾ, ਥੱਕਿਆ ਹੋਵੇ, ਤੁਸੀਂ ਤੇਜ਼ ਤੁਰੋ, ਤੁਹਾਨੂੰ ਟੁੱਟ ਕੇ ਕੋ ਹੌਲੀ ਤੁਰ ਲੋ, ਮੈਂ ਨਹੀਂ ਜਾਣਾ। ਜਦੋਂ ਭਾਈ ਮਰਦਾਨਾ ਕਹਿੰਦੇ ਅੰਦਰੋਂ ਅੰਦਰ ਖਿਜੀ ਜਾਵੇ, ਸਤਿਗੁਰਾਂ ਦੀ ਕਿਸੇ ਗੱਲ ਦੀ ਹਾਮੀ ਨਾ ਭਰੇ। ਭਾਈ ਬਾਲਾ ਜੀ ਕਹਿੰਦੇ ਮੈਂ ਥੋੜਾ ਜਿਹਾ ਤੇਜ਼ ਹੋ ਗਿਆ ਵੀ ਜੇ ਮੈਂ ਇਹਦੇ ਕੋਲੇ ਹੋਇਆ ਮੈਨੂੰ ਵੀ ਉਲਾਂਭੇ ਦੇਵੇਗਾ। ਓਜ ਬਹੀਨ ਸਰੀਰ ਅਧੀਰ, ਭਇਓ ਸਿਥਲੰ ਹਿਰਦੈ ਦੁਖ ਮਨ। ਆਖਰਕਾਰ ਇੰਨੀ ਖਿੱਚ ਚੜ ਗਈ। ਚੌਥਾ ਦਿਨ ਧੰਨ ਹੈ ਭਾਈ ਮਰਦਾਨਾ। ਮੈਂ ਕਹਿੰਦਾ ਮੈਂ ਤੇ 4 ਘੰਟਿਆਂ ਵਿੱਚ ਮਰ ਜਾਵਾਂਗੀ, ਮੈਨੂੰ ਰੋਟੀ ਨਾ ਮਿਲੇ, ਮੈਂ ਤੇ 20 ਘਰ ਦਾ ਪਾਦਾ ਵੀ ਭੁੱਖਾ ਮਰ ਗਿਆ ਹੋਵੇ, ਦਿਓ ਕੁਛ। ਧੰਨ ਹੋ ਸਿੱਖ। ਚੌਥਾ ਦਿਨ, 4 ਦਿਨ ਕੱਢਣੇ, ਖੇੜਾ ਕੋਈ ਆਰੋ ਵੀ ਤੁਰ ਕੇ ਜਾਣਾ। ਚਲੋ ਇੱਥੇ ਧਰਨੇ ਤੇ ਪਿਆ, ਤੁਸੀਂ ਕਹੋਗੇ ਫਲਾਣਾ ਭੁੱਖਾ, ਉਹਦੇ ਸੁੱਤਾ ਹੀ ਪਿਆ, ਵਿਹਲਾ ਪਿਆ, ਉਹਨੂੰ ਕੀ ਫਰਕ ਹੈ? ਜਿਹੜਾ ਤੁਰਿਆ ਜਾਂਦਾ ਕਿੰਨੀ ਐਨਰਜੀ ਲੱਗਦੀ ਹੈ, ਖੋ ਪੈ ਜਾਂਦੀ ਅੰਦਰ, ਢਿੱਡ ਜੁੜ ਜਾਂਦਾ ਹੈ। ਭਾਈ ਮਰਦਾਨਾ ਨਾਲ ਇੰਨਾ ਸਲੋ ਹੋ ਗਿਆ, ਇੰਨਾ ਪਿੱਛੇ ਹੋ ਗਿਆ, ਕਹਿੰਦਾ ਜਾਂਦੇ ਜਾਣ ਦੀ ਮਨ ਨਹੀਂ ਆਪਾਂ, ਸਾਨੂੰ ਕਿਹੜਾ ਰੋਟੀ ਮਿਲਦੀ।
फिर घरूगा खिला देंगे। भाई बाला जी कहते पिछे मुड़ के वेखते मैं बुलाया नहीं, पता सी क्योंकि अंतरजामी भाई बाला जी की गुरु साहब के चोर की ने इन्ना मन करके खिंच गया भी गुरु साहब ना मेरे वाल वेखदे, ना हौली तुरदे, ना रोटी पुछदे, तुसीं नहीं खानी मैनूं पुछो। सोची जावे कहंदा घरे ठीक सी, एवें झोला चक के साधा नाल तुर पिया। आखो सतनाम, दिल च गल्लां हो रही, समा समाप्त है, रंगले चोज मेरे पातशाह दे आरंभ हो गए आ। जिवें जिवें सतगुर खेडां वरताउणगे कल परसों आउण वाले दिनां च सरवण करके आनंद माणांगे। वाहिगुरू 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 वाहिगुरू।